ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਬਲਕਾਰ ਜੀ ਟਰੰਪ ਸਾਹਿਬ ਦੇ ਉੱਤੇ ਦੋਸ਼ ਲੱਗੇ ਨੇ ਔਰ ਟਰੰਪ ਸਾਹਿਬ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਜਦੋਂ ਪ੍ਰੈਜ਼ੀਡੈਂਟ ਆਫ ਅਮਰੀਕਾ ਸੀ ਕਈ ਡਾਕੂਮੈਂਟਸ ਆਪਣੇ ਕੋਲ ਉਹਨਾਂ ਨੇ ਲੁਕੋ ਲਏ, ਕਈ ਡਿਸਟਰੋਏ ਵੀ ਕੀਤੇ, ਫਲੈਸ਼ ਆਊਟ ਕਰ ਦਿੱਤਾ ਉਹਨਾਂ ਨੂੰ ਆਪਣੀ ਪ੍ਰਾਪਰਟੀ ਦੇ ਵਿੱਚ। ਔਰ ਉਹਨਾਂ ਦੀ ਪ੍ਰਾਪਰਟੀ ਦੇ ਵਿੱਚੋਂ ਹੀ ਕਈ ਐਸੇ ਡਾਕੂਮੈਂਟਸ ਮਿਲੇ ਨੇ ਜੋ ਅਮਰੀਕਾ ਦੀ ਸਿਕਿਉਰਿਟੀ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੇ ਔਰ ਕਈ ਸੀਕ੍ਰੇਟ ਮੈਟਰਸ ਦੇ ਡਾਕੂਮੈਂਟਸ ਉਹਨਾਂ ਕੋਲ ਮਿਲੇ ਨੇ। ਔਰ ਟਰੰਪ ਸਾਹਿਬ ਕਹਿੰਦੇ ਨੇ ਕਿ ਨੋ, ਮੇਰੇ ਉੱਤੇ ਲਗਾਏ ਹੋਏ ਸਾਰੇ ਦੋਸ਼ ਝੂਠੇ ਨੇ ਔਰ 2024 ਦੀਆਂ ਇਲੈਕਸ਼ਨਸ ਦੇ ਵਾਸਤੇ ਮੈਨੂੰ ਇਹਨਾਂ ਨੇ ਆਊਟ ਕਰਨਾ, ਇਸ ਕਰਕੇ ਇਹ ਸਭ ਕੁਝ ਮੇਰੇ ਅਗੇਂਸਟ ਹੋ ਰਿਹਾ। ਡੋਨਲਡ ਟਰੰਪ ਇਹ ਪਹਿਲੇ ਪ੍ਰੈਜ਼ੀਡੈਂਟ ਆਫ USA ਹੈ ਜਿਨ੍ਹਾਂ 'ਤੇ ਇਸ ਤਰ੍ਹਾਂ ਦੇ ਜਿਹੜੇ ਦੋਸ਼ ਮੜੇ ਗਏ ਆ। ਸਭ ਤੋਂ ਜ਼ਿਆਦਾ ਮੈਕਸੀਮਮ ਇਸ ਵੇਲੇ 37 ਜਿਹੜੇ ਦੋਸ਼ ਇਹਨਾਂ 'ਤੇ ਆ ਚੁੱਕੇ ਆ। ਉਹਦਾ ਵੀਡੀਓ ਔਰ ਉਹਦੇ 'ਤੇ ਜੋ ਅਖਬਾਰਾਂ ਨੇ ਉਹਦੇ 'ਤੇ ਛਾਇਆ ਕਰ ਦਿੱਤਾ ਔਰ ਲੋਕਾਂ ਤੱਕ ਇਹ ਪਹੁੰਚ ਚੁੱਕੇ ਆ। ਹੁਣ ਨਵਾਂ ਜਿਹੜਾ ਸੀ ਮਸਲਾ ਉਹ ਵੀ ਇਹਨਾਂ 'ਤੇ ਆਇਆ ਕਿ ਜਿਹੜੇ ਕੁਝ ਕਾਗਜ਼ਾਤ ਨੇ, ਕੁਝ ਡਾਕੂਮੈਂਟਸ ਨੇ, ਉਹ ਡਾਕੂਮੈਂਟਸ ਜਿਹੜੇ ਹੈਗੇ ਇਹਨਾਂ ਨੇ ਡਿਸਟਰੋਏ ਵੀ ਕੀਤੇ ਆ ਔਰ ਉਹਦੇ 'ਚ ਫਲੋਰੀਡਾ ਸਟੇਟ ਆ ਜਿੱਥੋਂ ਇਹਨਾਂ ਨੇ ਉਹ ਕਾਬੂ ਕਰਕੇ ਆਪਣੇ ਘਰ ਲੈ ਆਂਦੇ ਆ। ਔਰ ਇਹਨਾਂ ਦੇ ਆਪਣੇ ਜਾਤੀ ਤੌਰ 'ਤੇ ਇਹਨਾਂ ਨੇ ਸਰਕਾਰ ਦੇ ਜਿਹੜੇ ਪ੍ਰਸ਼ਾਸਨ ਨੂੰ ਆਪ ਵਰਤਿਆ ਔਰ ਉਹਦੇ 'ਚ ਜੁਡੀਸ਼ਰੀ ਵੀ ਕਹਿ ਰਹੀ ਆ, ਉਹਨਾਂ ਦੀ ਪਾਰਲੀਮੈਂਟ ਵਾਈਟ ਹਾਊਸ 'ਚ ਵੀ ਡਿਸਕਸ ਹੋ ਗਿਆ ਔਰ ਲੋਕਾਂ ਨੂੰ ਵੀ ਪਤਾ ਹੈਗਾ। ਪਰ ਅੱਜ ਇਹਨਾਂ ਇੱਕ ਨਵੀਂ ਗੱਲ ਕਰ ਦਿੱਤੀ ਹੈ ਕਿ ਨਹੀਂ, ਇਹ ਬੇਬੁਨਿਆਦ ਹੈ, ਇਹਨਾਂ ਦਾ ਕੋਈ ਸਿਰਾ ਨਹੀਂ ਹੈ ਔਰ ਇਹ 'ਤੇ ਐਵੇਂ ਹੀ ਜਿਹੜੇ ਮੇਰੇ 'ਤੇ ਦੋਸ਼ ਮੜੇ ਗਏ ਆ। ਔਰ ਉਹ ਕਹਿੰਦੇ ਨੇ ਕਿ ਮੈਨੂੰ ਇਲੈਕਸ਼ਨ 'ਚ ਬਦਨਾਮ ਕਰ ਰਹੇ ਕਿ ਲੋਕ ਦੀ ਵੋਟ ਜਿਹੜੀ ਆ ਮੇਰੇ ਅਗੇਂਸਟ ਚੱਲ ਜਾਵੇ। ਰਿਪਬਲਿਕਨ ਪਾਰਟੀ ਦੇ ਹੋਰ ਕਰਤਾ ਧਰਤਾ ਜਿਹੜੇ ਹੈਗੇ ਉਹਨਾਂ ਦੀ ਹਮਾਇਤ ਕਰ ਰਹੇ ਵੈਸੇ, ਪਰ ਕਈ ਕੁਝ ਇਹਨਾਂ ਦੇ ਲੋਕ ਉਲਟ ਵੀ ਚੱਲ ਰਹੇ ਆ। ਦੂਜੇ ਪਾਸੇ ਜਿਹੜੇ ਪ੍ਰਸ਼ਾਸਨ ਚਲਾ ਰਹੇ ਆ, ਵਾਈਟ ਹਾਊਸ 'ਚ ਬੈਠੇ ਨੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਸ਼ਾਸਨ ਨੂੰ ਅੱਗੇ ਲਿਜਾ ਕੇ ਜਾ ਰਹੇ। ਪਰ ਇਲੈਕਸ਼ਨ ਆ ਰਹੀ ਹੈ, ਬਾਈਡਨ ਸਾਹਿਬ ਹੁਣ ਜਿਹੜੀ ਏਜ ਉਹਨਾਂ ਦੀ ਥੋੜ੍ਹੀ ਵੱਡੀ ਹੋ ਗਈ ਹੈ, ਉਹ ਤਾਂ ਮੇਰੇ ਖਿਆਲ ਇਲੈਕਸ਼ਨ ਸ਼ਾਇਦ ਨਾ ਲੜਨ, ਪਰ ਉਹਨਾਂ ਦੇ ਲਈ ਜਿਹੜੇ ਬਾਕੀ ਲੋਕ ਉਹਦੇ ਵਿੱਚ ਆਗੂ ਨੇ ਵੱਡੇ ਰਿਪਬਲਿਕਨ ਪਾਰਟੀ ਦੇ, ਉਹ ਅੱਗੇ ਆ ਰਹੇ ਆ। ਪਰ ਇਸ ਵੇਲੇ ਬੜਾ ਫਸਵਾਂ ਮੁਕਾਬਲਾ ਹੋਊਗਾ ਕਿਉਂਕਿ ਇਹ ਵੀ ਬੜੇ ਬੱਝੇ ਪੈਰੀਂ ਆ ਗਏ, ਜਿਹਨੂੰ ਆਪਾਂ ਪੰਜਾਬੀ 'ਚ ਪੁੜੁੱਲ ਕਹਿੰਦੇ ਆ ਨਾ, ਵੱਡਾ ਬੰਨ੍ਹ ਲਿਆ। ਪਰ ਇਹਦੇ ਨਾਲ ਦੋਸ਼ ਵੀ ਇਹਨਾਂ 'ਤੇ ਮੜੇ ਜਾ ਰਹੇ ਆ, ਪਰ ਇਹ ਉਹਨਾਂ ਤੋਂ ਕੋਈ ਵੀ ਬੇਖਬਰ ਹੈ, ਇਹਨਾਂ ਨੇ ਕੋਈ ਉਹਦੇ 'ਤੇ ਵੀ ਬਹੁਤਾ ਧਿਆਨ ਨਹੀਂ ਦਿੱਤਾ। ਇਹਨਾਂ ਕਿਹਾ ਨਹੀਂ, ਮੈਨੂੰ ਜੁਡੀਸ਼ਰੀ 'ਤੇ ਲੈ ਜਾਓ ਖਿੱਚ ਕੇ, ਮੈਨੂੰ ਲੋਕਾਂ ਦੇ ਸਾਹਮਣੇ ਲੈ ਜਾਓ। ਇੱਕ ਸਮਾਗਮ ਸੀਗਾ ਜਿਸ 'ਚ ਕੱਲ੍ਹ ਬੋਲੇ ਆ ਔਰ ਉਹਨਾਂ ਵਿੱਚ ਬਾਕਾਇਦਾ ਤੌਰ 'ਤੇ ਕਿਹਾ ਕਿ ਨਹੀਂ, ਇਹ ਬਿਲਕੁਲ ਬੇਸਲੈਸ ਆ ਜੋ ਕੁਝ ਮੇਰੇ 'ਤੇ ਦੋਸ਼ ਮੜੇ ਗਏ। ਨੋ, ਕੋਈ ਵੀ ਮੇਰੇ 'ਤੇ ਇਸ ਤਰ੍ਹਾਂ ਦਾ ਕੋਡ ਨਹੀਂ ਲੱਗ ਸਕਦਾ। ਮੈਨੂੰ ਪਤਾ ਹੈਗਾ ਕਿ ਮੈਂ ਜੋ ਵੀ ਕੰਮ ਕੀਤਾ ਠੀਕ ਠਾਕ ਕੀਤਾ ਹੈਗਾ, ਪਰ ਆਂਦਾ ਮੈਨੂੰ ਜਿਹੜੀਆਂ ਕੁਝ ਅਖਬਾਰਾਂ ਨੇ ਮੇਰੇ 'ਤੇ ਐਂਟੀ, ਕੁਝ ਮੀਡੀਆ ਐਂਟੀ ਚੱਲ ਰਿਹਾ, ਉਹ ਮੈਨੂੰ ਬਦਨਾਮ ਕਰ ਰਿਹਾ। ਔਰ ਜਦੋਂ ਕਿ ਬਿਲ ਕਲਿੰਟਨ 'ਤੇ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ ਸੀ ਔਰਤਾਂ ਦੇ, ਔਰ ਉਹ ਉਸ ਦੇ ਦੋਸ਼ ਤੋਂ ਮੁਕਤ ਹੋ ਗਏ। ਬੜੀ ਚਰਚਾ ਰਹੀ ਉਹਨਾਂ ਦੀ, ਉਹ ਬੜੇ ਸਮਾਰਟ ਸੀਗੇ, ਬੜੇ ਆਗੂ ਵੱਡੇ ਸੀਗੇ, ਉਹਨਾਂ ਦਾ ਨਾਮ ਬੜਾ ਚੱਲਦਾ ਰਿਹਾ। ਪਰ ਐਵੇਂ ਟਰੰਪ ਨੇ ਉਹਨੂੰ ਬਿਲਕੁਲ ਨਿਰਾਧਾਰ ਕਰ ਦਿੱਤਾ ਕਿ ਨਹੀਂ, ਮੇਰੇ 'ਤੇ ਕੋਈ ਦੋਸ਼ ਹੀ ਹੈ ਨਹੀਂ। ਐਕਚੁਅਲੀ ਮੀਡੀਆ ਨਾ ਬਹੁਤ ਕ੍ਰਿਟਿਸਾਈਜ਼ ਕੀਤਾ ਗਿਆ ਸ਼ੁਰੂ ਤੋਂ ਹੀ। ਤੁਸੀਂ ਕਲਿੰਟਨ ਸਾਹਿਬ ਦੀ ਗੱਲ ਕੀਤੀ ਹੈ, ਕਿਸੇ ਵਕਤ CNN ਨੂੰ ਕਿਹਾ ਜਾਂਦਾ ਸੀ ਕਲਿੰਟਨ ਨਿਊਜ਼ ਨੈਟਵਰਕ, ਇਹ ਵੀ ਦੋਸ਼ ਲੱਗਦੇ ਸੀ। ਸੋ ਅੱਜ ਦੀ ਡੇਟ ਦੇ ਆਪਾਂ ਦੇਖੀਏ ਤਾਂ ਆਫ ਕੋਰਸ ਹਰ ਥਾਂ ਦੇ ਉੱਤੇ ਮੀਡੀਆ ਦਾ ਮੈਨੀਪੂਲੇਸ਼ਨ ਤੇ ਮੌਜੂਦ ਹੈ, ਇਹ ਤਾਂ ਸਭ ਜਾਣਦੇ ਨੇ। ਔਰ ਟਰੰਪ ਸਾਹਿਬ ਦੀ ਆਪਣੀ ਇੱਕ ਸੋਸ਼ਲ ਸਾਈਟ ਵੀ ਹੈ ਜਿੱਥੋਂ ਉਹ ਆਪਣੇ ਟਵੀਟਸ ਕਰਦੇ ਨੇ, ਆਪਣੀਆਂ ਦਿਲ ਦੀਆਂ ਗੱਲਾਂ ਕਰਦੇ ਨੇ, ਜਿਵੇਂ ਮੋਦੀ ਸਾਹਿਬ ਮਨ ਦੀ ਗੱਲ ਕਰਦੇ ਨੇ। ਉਹੀ ਗੱਲ ਹੈ, ਮੋਦੀ ਸਾਹਿਬ ਰਾਹੁਲ ਦੇ ਪਿੱਛੇ ਵੀ ਇਦਾਂ ਪੈ ਰਹੇ ਆ, ਉਹੀ ਗੱਲ ਹੋਈ ਆ, ਸੇਮ ਹੈ, ਇੱਕੋ ਚੀਜ਼, ਦਿਲ ਦੀ ਗੱਲ ਕਰਦੇ ਨੇ। ਸੋ ਰਿਪਬਲਿਕਨ ਪਾਰਟੀ ਦੇ ਵਿੱਚ ਇੱਕ ਵਾਈਸ ਪ੍ਰੈਜ਼ੀਡੈਂਟ ਆਫ ਅਮਰੀਕਾ, ਜੋ ਐਕਸ ਵਾਈਸ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ, ਉਹ ਵੀ ਦਖਲ ਦੇ ਰਹੇ ਨੇ ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਉਹਨਾਂ ਨੂੰ ਉਹਨਾਂ ਦੀ ਪਾਰਟੀ ਘੋਸ਼ਿਤ ਕਰੇ ਨੈਕਸਟ ਕੈਂਡੀਡੇਟ ਫॉर द ਪ੍ਰੈਜ਼ੀਡੈਂਟ ਆਫ ਇੰਡੀਆ। ਔਰ ਉਹਨਾਂ ਦਾ ਮੁਕਾਬਲਾ ਟਰੰਪ ਸਾਹਿਬ ਨਾਲ ਇੱਕ ਪਾਰਟੀ ਦਾ ਇੰਟਰਨਲ ਮੈਟਰ ਵੀ ਆ। ਤੇ ਉਸ ਤੋਂ ਬਾਅਦ ਉਹ ਕਿਹਨਾਂ ਨੂੰ ਘੋਸ਼ਿਤ ਕਰਦੇ ਨੇ, ਉਸ ਤੋਂ ਬਾਅਦ ਗੱਲ ਆਏਗੀ ਕਿ 2024 ਦੇ ਵਿੱਚ ਕੌਣ ਫਾਈਟ ਕਰ ਰਹੇ ਨੇ ਇਲੈਕਸ਼ਨਸ ਦੇ ਵਿੱਚ। ਬਾਈਡਨ ਸਾਹਿਬ ਦੀ ਗੱਲ, ਉਹ ਤਾਂ ਆਪਾਂ ਏਜ ਦੀ ਗੱਲ ਕਈ ਵਾਰ ਕਰ ਚੁੱਕੇ ਹਾਂ, ਬਟ ਇੰਥੂਜ਼ੀਆਸਟਿਕ ਨੇ ਹਜੇ ਵੀ। ਉਹ ਕਹਿੰਦੇ ਨੇ ਕਿ ਮੈਂ ਸੈਕਿੰਡ ਟਾਈਮ ਜ਼ਰੂਰ ਦੌੜਾਂਗਾ ਇਸ ਰੇਸ ਦੇ ਵਿੱਚ, ਪਰ ਦੇਖੋ ਕੀ ਬਣਦਾ। ਪਰ ਫਿਲਹਾਲ ਜੋ ਟਰੰਪ ਸਾਹਿਬ ਦੇ ਉੱਤੇ ਹੈ, ਕਈ ਚੀਜ਼ਾਂ ਬਿਲਕੁਲ ਖੁੱਲ੍ਹ ਕੇ ਆਈਆਂ ਨੇ। ਉਹਨਾਂ ਦੇ ਜੋ ਰਿਲੇਸ਼ਨਸ ਰਹੇ ਨੇ, ਆਪਾਂ ਦੇਖਦੇ ਹਾਂ ਇਲਿਸਿਟ ਰਿਲੇਸ਼ਨਸ, ਜਿਹਨਾਂ ਨੂੰ ਆਪਾਂ ਸਿੱਧੀ ਸਾਦੀ ਭਾਸ਼ਾ 'ਚ ਕਹੀਏ ਕਿ ਉਹਨਾਂ ਨੇ ਪੌਰਨ ਸਟਾਰ ਨੂੰ ਪੈਸੇ ਦਿੱਤੇ ਕਿ ਉਹ ਜਿਹੜੇ ਨਜਾਇਜ਼ ਸੰਬੰਧ ਹੁੰਦੇ ਆ ਉਹੀ ਆ, ਬਾਹਰ ਨਾਲ ਗੱਲ ਕਰਨ, ਉਹ ਗੱਲ ਵੀ ਸਾਹਮਣੇ ਆਈ ਹੈ। ਸੋ ਬਿਲਸ ਨੂੰ, ਪੇਮੈਂਟਸ ਨੂੰ ਲੈ ਕੇ ਵੀ ਸਾਹਮਣੇ ਆਈ ਹੈ ਕਿ ਉਹ ਬਿੱਲ ਸ਼ਾਇਦ ਸਰਕਾਰੀ ਪੈਸੇ 'ਚੋਂ ਦਿੱਤੇ ਗਏ ਨੇ, ਜਿਹੜੇ ਉਹਨਾਂ ਦੇ ਕੋਈ ਐਸੇ ਬਿੱਲ ਸੀ ਜੋ ਉਹਨਾਂ ਨੇ ਕਲੀਅਰ ਕੀਤੇ ਨੇ ਜੋ ऑथेंटिकेटेड नहीं है, ऑथोराइज नहीं है इस काम वास्ते। ये चीज़ां भी सामने आईयां ने। सो कई ऐसियां प्रैक्टिसिस ने जिन्हां दी सारी रिपोर्टिंग जिहड़ी है डोनाल्ड ट्रंप दे अगेंस्ट जाती है, पर फिर भी वो कह रहे हैं
ਕਿਉਂਕਿ ਕਹਿਣਾ ਤਾਂ ਹੈ ਹੀ ਹੈ, ਹਜੇ ਕੇਸ ਚੱਲਣਾ ਹੈ, ਕੇਸ ਦੇ ਵਿੱਚ ਸਭ ਕੁਝ ਸਾਹਮਣੇ ਆਉਣਾ ਹੈ। ਸੋ 2024 ਦੀਆਂ ਇਲੈਕਸ਼ਨਸ ਵਾਸਤੇ ਇੱਕ ਰਿਸਕੀ ਮੋਡ ਦੇ ਉੱਤੇ ਟਰੰਪ ਸਾਹਿਬ ਜ਼ਰੂਰ ਨੇ, ਇਹ ਸਾਰੇ ਹੀ ਐਕਸਪਰਟਸ ਮੰਨਦੇ ਨੇ। ਜਦੋਂ ਵੀ ਕੋਈ ਨੇਤਾ ਫੜਿਆ ਜਾਂਦਾ, ਜਦੋਂ ਵੀ ਉੱਤੇ ਕੋਈ ਦੋਸ਼ ਆ ਜਾਂਦੇ ਆ, ਜਦੋਂ ਉਹਨਾਂ 'ਤੇ ਕਈ ਜੁਡੀਸ਼ਰੀ ਉਹਨਾਂ ਦੇ ਪਿੱਛੇ ਪੈਂਦੀ ਆ, ਜਿਸ ਤਰ੍ਹਾਂ ਪੰਜਾਬ ਵਿੱਚ ਵਿਜੀਲੈਂਸ ਸਾਰੇ ਮੰਤਰੀਆਂ ਦੇ ਪਿੱਛੇ ਆ, ਫਿਰ ਇਹ ਕਹਿੰਦੇ ਆ ਨਹੀਂ ਇਹ ਸਾਡੇ 'ਤੇ ਰਾਜਨੀਤਿਕ ਮਨਸੂਬਾ ਬਣਾਇਆ ਗਿਆ, ਸਾਨੂੰ ਜਾਣ ਕੇ ਫਸਾਉਣ ਲਈ ਗੱਲ ਕੀਤੀ ਹੈਗੀ ਆ। ਇਹ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੇ, ਬਾਕਾਇਦਾ ਤੌਰ 'ਤੇ ਇਹ ਝੂਠ ਹੀ ਬੋਲੀ ਜਾਂਦੇ ਆ ਵੀ ਨਹੀਂ। ਫਿਰ ਉਹ ਤੋਂ ਬਾਅਦ ਇਹ ਫੜੇ ਵੀ ਜਾਂਦੇ ਆ, ਕੇਸ ਜਦੋਂ ਦਾਇਰ ਹੁੰਦਾ ਵਾ, ਧਾਰਾ ਮੁਕੰਮਲ ਹੋ ਜਾਂਦੀ ਆ, ਗਵਾਹੀਆਂ ਵੀ ਆ ਜਾਂਦੀਆਂ, ਜਿਨ੍ਹਾਂ ਦੇ ਅੰਦਰ ਆ ਜਾਂਦੇ ਉੱਥੇ ਵੀ ਆਉਂਦੇ ਨਹੀਂ ਆਉਂਦੇ, ਰਾਜਨੀਤਿਕ ਫੈਸਲਾ ਸਾਡੇ 'ਤੇ ਕੀਤਾ ਗਿਆ, ਜੁਡੀਸ਼ਰੀ ਵੀ ਉਹਨਾਂ ਦੀ ਹੈ, ਫਲਾਣਾ ਵੀ ਉਹਨਾਂ ਦਾ ਹੈਗਾ। ਇਹ ਕਿਸੇ ਵੀ ਚੀਜ਼ ਨੂੰ ਜਿਹੜਾ ਵਾ ਪੱਕੇ ਤੌਰ 'ਤੇ ਨਹੀਂ ਮੰਨਦੇ। ਇਹੀ ਜਿਹੜੀ ਨੀਅਤ ਇਸ ਵੇਲੇ ਪ੍ਰਗਟਾਈ ਆ, ਜਿਹੜੀ ਗੱਲ ਕੀਤੀ ਆ ਡੋਨਲਡ ਟਰੰਪ ਨੇ ਵੀ ਕਹੀ ਆ। ਜਿਸ ਤਰ੍ਹਾਂ ਆਪਾਂ ਕਈ ਵਾਰੀ ਕਹਿੰਦੇ ਕਿ ਮਾਨਸਿਕ ਸੋਚ ਇੱਕੋ ਹੀ ਹੁੰਦੀ, ਕੋਈ ਬੰਦਾ ਕਿਤੇ ਵੀ ਹੋਵੇ, ਉਹ ਆਪਣੇ ਆਪ ਨੂੰ ਝੂਠਾ ਨਹੀਂ ਮੰਨਦਾ ਔਰ ਉਹ ਆਪਣੇ ਆਪ 'ਤੇ ਉਹ ਕਹਿੰਦਾ ਮੈਂ ਦੁੱਧ ਨਾਤਾ ਹੀ ਹਾਂ। ਤੇ ਫਿਰ ਜਿਹੜਾ ਕੰਮ ਗਲਤ ਕਰ ਗਿਆ ਉਹ ਕੌਣ ਕਰ ਗਿਆ? ਤੁਹਾਡਾ ਗੁਆਂਢੀ ਕਰ ਗਿਆ ਜਾਂ ਤੁਹਾਡਾ ਕੋਈ ਚਾਚੇ ਤਾਏ ਦਾ ਮੁੰਡਾ ਕਰ ਗਿਆ, ਤੁਸੀਂ ਕਰਦੇ ਕੀ ਜੇ? ਔਰ ਇਸੇ ਕਰਕੇ ਜਿਹੜੇ ਚਰਨਜੀਤ ਚੰਨੀ ਨੇ, ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ, ਵੀ ਅਜੇ ਕਿੱਥੇ ਮੰਨ ਰਿਹਾ ਔਰ ਵਿਜੀਲੈਂਸ ਇਹਨਾਂ ਦੇ ਪੂਰੇ ਮਗਰ ਪਈ ਆ ਵੀ ਤੁਹਾਡਾ ਭਤੀਜਾ ਔਰ ਭਾਣਜਾ ਕਿੱਧਰੋਂ ਆ ਗਿਆ। ਇਹਨਾਂ ਨੇ ਕਿਹਾ ਕਿ ਭਗਵੰਤ ਮਾਨ ਗਲਤ ਕਹਿ ਗਿਆ, ਮੇਰਾ ਤਾਂ ਭਤੀਜਾ ਨਹੀਂ, ਮੇਰਾ ਤਾਂ ਭਾਣਜਾ। ਔਰ ਉਹ ਭਾਣਜੇ ਭਤੀਜੇ ਅੰਗਰੇਜ਼ੀ 'ਚ ਕਹੋ ਤਾਂ ਉਹੀ ਹੁੰਦਾ ਨਾ, ਇਸੇ ਦੇ ਤੌਰ 'ਤੇ ਕਹੋਗੇ ਆਪਾਂ, ਤੁਹਾਡਾ ਹੈ ਕਹੋਗੇ ਨਾ, ਤੇ ਉਹ ਇੱਕੋ ਹੀ ਗੱਲ ਹੁੰਦੀ ਆ। ਤੇ ਜੇ ਹੁਣ ਉਹਨਾਂ ਨੇ ਉਹ ਕਿਹਾ ਕੋਈ ਵੀ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦਾ, ਜਦੋਂ ਵੀ ਇੱਦਾਂ ਦੀਆਂ ਗੱਲਾਂ ਹੁੰਦੀਆਂ, ਇੱਕ ਅਮਰੀਕਾ 'ਚ ਨਹੀਂ ਗਿਆ, ਸਾਰੇ ਦੇਸ਼ਾਂ 'ਚ। ਪਾਕਿਸਤਾਨ 'ਚ ਕੀ ਹੋ ਰਿਹਾ? ਪਾਕਿਸਤਾਨ 'ਚ ਇਮਰਾਨ ਖਾਨ ਦੇ ਪਿੱਛੇ ਲੱਗੇ ਆ। ਪਹਿਲੋਂ ਸ਼ਹਬਾਜ਼ ਸ਼ਰੀਫ ਸੀਗੇ, ਨਵਾਜ਼ ਸ਼ਰੀਫ ਸੀ ਉਹਨਾਂ ਦੇ, ਹੈ ਨਾ, ਮੁਸ਼ਰਫ ਸਾਹਿਬ, ਉਹਨਾਂ 'ਤੇ ਕਿੰਨਾ ਕੁਛ ਹੋਇਆ। ਜਿਹੜਾ ਵੀ ਆਉਂਦਾ ਨੇਤਾ ਨਾ, ਉਹ ਇੱਕ ਵਾਰੀ ਤਬਾਹੀਆਂ ਲੈ ਕੇ ਆਉਂਦਾ, ਰਗੜ ਦਿਓ ਸਾਰਿਆਂ ਨੂੰ, ਜੋ ਕੁਛ ਹੈਗਾ ਇਹਨਾਂ ਨੂੰ ਸਿੱਖਾਂ ਦੇ ਅੰਦਰ ਬੰਦ ਕਰ ਦਿਓ ਤੇ ਮੈਂ ਇੱਥੇ ਰਾਜ ਕਰਾਂ। 5 ਸਾਲਾਂ 'ਚ ਸ਼ਾਮਤ ਆ ਜਾਂਦੀ ਬਾਕੀ ਲੋਕਾਂ ਦੀ। ਐਗਜ਼ੈਕਟਲੀ, ਇਹ ਤਾਂ ਭਤੀਜਾ ਕਿ ਭਾਂਜਾ, ਭਾਂਜਾ ਕਿ ਭਤੀਜਾ, ਇਹ ਤੇ ਉਹੀ ਲੱਗੀ ਹੋਈ ਹੈ ਗੱਲ। ਉਹ ਜਿੱਦਾਂ ਇੱਕ ਮੁੰਡਾ ਕਹਿੰਦਾ ਨਾ ਕਿ ਉਹ ਫਲਾਣਾ ਮੁੰਡਾ ਨਾ ਮੇਰਾ ਦੂਰ ਦਾ ਰਿਸ਼ਤੇਦਾਰ ਹੈ, ਕਹਿੰਦਾ ਤੇਰੇ ਡੈਡੀ ਦਾ ਨਾਂ ਤੇ ਤੇਰੀ ਮੰਮੀ ਦਾ ਨਾਂ ਤੁਹਾਡੇ ਦੋਵਾਂ ਦਾ ਇੱਕੋ ਹੀ ਹੈ, ਤੇ ਫਿਰ ਦੂਰ ਦਾ ਰਿਸ਼ਤੇਦਾਰ ਕਿਵੇਂ ਹੋਇਆ? ਕਹਿੰਦੇ ਵਿੱਚ ਸਾਡੇ 4 ਭਰਾ ਤੇ 2 ਭੈਣਾਂ ਵੀ ਨੇ ਨਾ, ਆਪੇ ਦੂਰ ਦਾ ਰਿਸ਼ਤੇਦਾਰ ਹੋ ਗਿਆ। ਜਿਹੜਾ ਕਜ਼ਨ ਬ੍ਰਦਰ ਕਹਿ ਦਿੰਦੇ ਆ, ਕੁੜੀਆਂ ਬਹੁਤ ਨੂੰ ਜੜੀਆਂ ਹੁੰਦੀਆਂ ਜਾਂਦੇ। ਮੇਰੇ ਨਾਲ ਮੁੰਡਾ ਜਿਹੜਾ ਮੇਰਾ ਕਜ਼ਨ ਬ੍ਰਦਰ ਸੀਗਾ, ਇੱਦਾਂ ਦੀ ਜਿਹੜੀ ਅੰਗਰੇਜ਼ੀ ਵਿੱਚ ਵਾੜ ਕੇ ਬੜਾ ਕੁਛ ਹੋ ਗਿਆ। ਆਂਟੀ ਅੰਕਲ ਕਜ਼ਨ ਬ੍ਰਦਰ ਹੈਗਾ, ਹੈ ਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੁਕਾ ਦਿੰਦੀਆਂ ਸਾਰੇ ਰਿਸ਼ਤਿਆਂ। ਸੋ ਟਰੰਪ ਸਾਹਿਬ ਨੂੰ ਇਸ ਵਕਤ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਦੀ ਲੀਗਲ ਟੀਮ ਤਾਂ ਹੈ ਹੀ ਸਟਰੋਂਗ, ਆਫਟਰ ਆਲ ਐਕਸ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ ਕੀਤਾ ਉਹਨਾਂ ਨੇ ਅਮਰੀਕਾ ਤੇ, ਕੋਈ ਛੋਟੀ ਗੱਲ ਤਾਂ ਹੈ ਨਹੀਂ। ਯਾ ਬਿਲਕੁਲ, ਕਾਉਂਸਲਰ ਤਾਂ ਰਹੇ ਨਹੀਂ ਉਹ ਪ੍ਰੈਜ਼ੀਡੈਂਟ ਆਫ ਕਿਸੇ ਵੀ ਬੈਕਗ੍ਰਾਉਂਡ ਤੋਂ ਬਿਨਾਂ ਸਿੱਧੇ ਡਾਇਰੈਕਟ ਉਹ ਬਣੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ। ਕੋਈ ਪਤਾ ਨਹੀਂ ਐਸਕੀ ਫਿਰ ਪਲਾਕੀ ਮਾਰ ਕੇ ਘੋੜੇ ਤੇ ਬਹਿ ਜਾਣ। ਖਰਕਣਾ ਕੋਈ ਫੇਰਦਾ ਨਹੀਂ ਨਾ ਘੋੜੇ ਤੇ, ਉਹਨੂੰ ਤਿਆਰ ਕੋਈ ਕਰ ਦਿੰਦਾ ਤੇ ਪਲਾਕੀ ਮਾਰ ਕੇ ਰਕਾਬ 'ਚ ਪੈਰ ਰੱਖ ਕੇ ਕੌਣ ਚੜ ਜਾਂਦਾ, ਇਹ ਟਰੰਪ ਕੋਲ ਹੈਗਾ ਸਾਰਾ। ਬਿਲਕੁਲ, ਕਿਉਂਕਿ ਜਦੋਂ ਸੈਕੰਡ ਟਾਈਮ ਇਹ ਹਾਰੇ ਨੇ ਔਰ ਬਾਈਡਨ ਸਾਹਿਬ ਬਣੇ ਨੇ, ਉਦੋਂ ਵੀ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਸੀਗੇ ਔਰ ਇਹਨਾਂ ਦੇ ਸਮਰਥਕਾਂ ਨੇ ਜਿਸ ਤਰ੍ਹਾਂ ਗਵਰਨਮੈਂਟ ਦੇ ਉੱਤੇ ਹਮਲਾ ਕੀਤਾ ਹੈ, ਉਹ ਸਾਰਾ ਕੇਸਿਸ ਹਜੇ ਵੀ ਪੈਂਡਿੰਗਸ ਨੇ, ਚੱਲ ਰਹੇ ਨੇ। ਇਹਨੂੰ ਪਤਾ ਹੈ ਜਿਹੜੀ ਸ਼ਕਤੀ ਹਥਿਆਉਣੀ, ਜਿਸ ਤਰ੍ਹਾਂ ਔਰੰਗਜ਼ੇਬ ਕਰਦਾ ਰਿਹਾ, ਉਹਨੇ ਸਾਰੇ ਭਰਾ ਹੀ ਮਾਰ ਦਿੱਤੇ। ਸਾਰੀ ਦੁਨੀਆ 'ਚ ਜਿਹੜਾ ਵੀ ਧੌਣ ਚੁੱਕਦਾ ਉਹਨੂੰ ਤਲਵਾਰ ਨਾਲ ਕੱਟ ਦਿੰਦਾ ਸੀ। ਹੁਣ ਇਹ ਜਿਹੜਾ ਕਹਿ ਰਹੇ ਨੇ ਕਿ ਮੇਰੇ ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਨੇ, ਇਹ ਤੇ ਅਮਰੀਕਾ ਦੇ ਲੋਕ ਦੱਸਣਗੇ ਨਾ ਵੋਟਿੰਗ ਵੇਲੇ ਕਿ ਬੇਬੁਨਿਆਦ ਨੇ ਜਾਂ ਉਹਨਾਂ ਦੀ ਕੋਈ ਬੁਨਿਆਦ ਹੈਗੀ ਆ। ਦੂਸਰਾ ਜੁਡੀਸ਼ਰੀ ਦੱਸੇਗੀ ਔਰ ਇਹਨਾਂ ਦੀ ਆਪਣੀ ਪਾਰਟੀ ਵੀ ਦੱਸੇਗੀ ਕਿ ਕੌਣ ਪ੍ਰੈਜ਼ੀਡੈਂਟ ਆਫ ਅਮਰੀਕਾ ਵਾਸਤੇ ਕਿਹਨੂੰ ਉਹ ਸਾਹਮਣੇ ਕਰਦੇ ਨੇ, ਇਹਨਾਂ ਨੂੰ ਕਰਦੇ ਨੇ ਜਾਂ ਐਕਸ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੂੰ ਕਰਦੇ ਨੇ। ਸੋ ਆਪਾਂ ਅੱਗੇ ਵਧਦੇ ਹਾਂ ਜੀ। ਕੈਨੇਡਾ ਦੇ ਵਿੱਚ ਜਿਹੜੇ 700 ਵਿਦਿਆਰਥੀ ਫਸੇ ਹੋਏ ਨੇ, ਉਹਨਾਂ ਦੀ ਡਿਪੋਰਟਿੰਗ ਦੀ ਗੱਲ ਚੱਲ ਰਹੀ ਸੀ। ਫਿਰ ਜਸਟਿਨ ਟਰੂਡੋ ਸਾਹਿਬ ਨੇ ਕਿਹਾ ਕਿ ਨਹੀਂ, ਹਜੇ ਸਟਾਪ ਕਰਦੇ ਹਾਂ, ਤੇ ਇੰਟਰਵੀਨ ਕੀਤਾ। ਜਿਹੜੇ ਉੱਥੇ ਸਾਡੇ ਪੰਜਾਬ ਦੇ ਲੋਕ ਬੈਠੇ ਨੇ ਮਿਨਿਸਟਰੀਜ਼ ਦੇ ਵਿੱਚ, ਉਹਨਾਂ ਨੇ ਕੀਤਾ, ਪਰ ਹਜੇ ਫੈਸਲਾ ਪੈਂਡਿੰਗ ਸੀ ਔਰ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇੱਕ ਵਧੀਆ ਰਾਹਤ ਦੀ ਖਬਰ ਮਿਲ ਰਹੀ ਹੈ। ਹਾਂ, ਇਹ ਸਾਰੇ ਸਟੂਡੈਂਟ ਜਿਹੜੇ ਆ ਪਹਿਲਾਂ ਤਾਂ ਵਿਚਾਰੇ ਚਿੰਤਾ 'ਚ ਡੁੱਬ ਗਏ। ਹਾਂਜੀ, ਉਹਨਾਂ ਦੇ ਮਾਂ-ਪਿਓ ਵੀ ਤੇ ਆਪ ਵੀ, ਤੇ ਕਿਉਂਕਿ ਉਹਨਾਂ ਦੀਆਂ ਟਿਕਟਾਂ ਤਾਂ ਹੋ ਗਈਆਂ, ਕੱਟੀਆਂ ਗਈਆਂ ਤੇ ਜਹਾਜ਼ ਹੋ ਗਏ ਤਿਆਰ, ਤੇ ਉਹਨਾਂ ਨੂੰ ਏਅਰਪੋਰਟਾਂ ਵੱਲ ਨੂੰ ਧਕੇਲ ਦਿੱਤਾ ਸੀ ਵੀ ਚਲੋ ਇੰਡੀਆ 'ਚ ਹੁਣ। ਔਰ ਉਦੋਂ ਬਾਅਦ ਜਿਹੜੀ ਉੱਥੋਂ ਦੀ ਜਿਹੜੀ ਰਾਜਨੀਤੀ ਆ, ਉਹਨਾਂ ਨੇ ਜਦੋਂ ਇਹ ਮੁੱਦਾ ਚੁੱਕਿਆ, ਉਹਦੇ 'ਚ ਜਗਮੀਤ ਜੀ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ, ਉਹਨਾਂ ਨੇ ਮੁੱਦਾ ਚੁੱਕਿਆ, ਟਰੂਡੋ ਸਾਹਿਬ ਨੇ ਉਹਨੂੰ ਪ੍ਰੋੜਤਾ ਕੀਤੀ ਔਰ ਉਹਦੇ 'ਤੇ ਇਹਨਾਂ ਨੇ ਕਹਿਤੀ, ਸਹੀ ਪਾ ਦਿੱਤੀ ਵੀ ਓਕੇ ਹੈਗਾ। ਫਿਰ ਉਹਨਾਂ ਨੇ ਹੁਕਮ ਕਰਤਾ ਇਮੀਗ੍ਰੇਸ਼ਨ ਪ੍ਰੀਜ਼ਰਵ ਮਿਨਿਸਟਰ ਨੂੰ ਔਰ ਉਹਨਾਂ ਨੇ ਰੋਕ ਲਾ ਕੇ ਉਹਨਾਂ ਸਟੇ ਕਰ ਦਿੱਤਾ। ਸਟੇ ਹੋਣ ਤੋਂ ਬਾਅਦ ਹੁਣ ਵੱਡੀ ਰਾਹਤ ਦਾ ਇਹ ਹੈਗਾ ਕਿ ਜਿੰਨੇ ਮੁੰਡੇ ਹੈਗੇ ਇੰਡੀਵਿਜੂਅਲੀ ਉਹਨਾਂ ਨੂੰ ਮੈਸੇਜ ਆ ਰਿਹਾ, ਈਮੇਲ ਆ ਰਹੀਆਂ, ਕਿਉਂਕਿ ਉਹਨਾਂ ਦੇ ਐਡਰੈਸ ਉਹਨਾਂ ਕੋਲ ਸੀਗੇ। ਉਹਨਾਂ ਨੂੰ ਉਹਦੇ 'ਤੇ ਉਹਨਾਂ ਦੱਸਿਆ ਤਾਂ ਹੁਣ ਚਿਹਰੇ ਉਹਨਾਂ ਦੇ ਗਏ ਖਿੜ ਫੁੱਲਾਂ ਵਾਂਗੂ ਸਾਰੇ ਮੁੰਡਿਆਂ ਦੇ ਕਿ ਅਸੀਂ ਬਚ ਗਏ ਹਾਂ। ਔਰ ਇਹ ਬਹੁਤ ਵੱਡੀ ਖੁਸ਼ਖਬਰੀ ਆ, ਬਹੁਤ ਵੱਡੀ ਖਬਰ ਹੈਗੀ ਹੈ ਸਾਡੇ ਭਾਰਤੀਆਂ ਲਈ, ਪੰਜਾਬੀਆਂ ਲਈ ਔਰ ਉਹਨਾਂ ਦੇ ਮਾਂ ਪਿਓ ਲਈ ਕਿ ਉਹ ਮੁੰਡੇ ਨੂੰ ਹੁਣ ਉੱਥੋਂ ਬਿਲਕੁਲ ਖਦੇੜਨਗੇ ਨਹੀਂ, ਕੋਈ ਡਿਪੋਰਟੇਸ਼ਨ ਨਹੀਂ ਹੋਊਗੀ, ਉਹਦੇ 'ਤੇ ਕੈਂਸਲੇਸ਼ਨ ਹੋ ਗਈ ਆ।
ਔਰ ਉਹ ਮੁੰਡੇ ਬਕਾਇਦਾ ਤੌਰ ਤੇ ਆਪਣਾ ਜੀਵਨ ਉੱਥੇ ਪੂਰਾ ਕਰਨਗੇ ਔਰ ਮਾਂ ਪਿਓ ਵੀ ਉੱਥੇ ਜਾਣਗੇ, ਉਹਨਾਂ ਦੇ ਵਿਆਹ ਵੀ ਉੱਥੇ ਹੋਣਗੇ ਮੁੰਡਿਆਂ ਦੇ, ਔਰ ਸਿਹਰੇ ਵੀ ਉੱਥੇ ਵੱਜਣਗੇ। ਬੜੀ ਵੱਡੀ ਗੱਲ ਹੈ ਬੀਇੰਗ ਏ ਪੇਰੈਂਟਸ ਸਾਰਿਆਂ ਲਈ ਕਿ ਅਸੀਂ ਜਿਹੜੇ ਉਹਨਾਂ ਦੇ ਮਾਂ ਪਿਓ ਵਿਚਾਰੇ ਬਿਲਕੁਲ ਚਿੰਤਾ 'ਚ ਡੁੱਬ ਕੇ ਤੇ ਬਿਮਾਰ ਹੋ ਗਏ ਸੀ। ਚਿੰਤਾ ਬੜੀ ਮਾੜੀ ਚੀਜ਼ ਹੁੰਦੀ ਹੈ। ਕਹਿੰਦੇ ਨੇ ਸਿਆਣੇ ਲੋਕ ਕਹਿੰਦੇ ਚਿੰਤਾ ਚਿਖਾ ਬਰਾਬਰ ਹੁੰਦੀ। ਚਿਖਾ ਮੀਨਸ ਅੱਗ ਜਿਹੜੀ ਹੈਗੀ ਉਹਦੇ ਤੁਹਾਡੇ ਪੈ ਰਹੀ ਆ। ਔਰ ਇਹ ਬੜੀ ਵੱਡੀ ਰਾਹਤ ਭਰੀ ਔਰ ਖੁਸ਼ਖਬਰੀ ਹੈ ਸਾਡੇ ਪੰਜਾਬੀਆਂ ਦੀ। ਔਰ ਬਾਹਰਲੇ ਕੇਰਲਾ 'ਚ ਵੀ ਮੁੰਡੇ ਗਏ ਸੀ, 700 ਮੁੰਡਾ, ਬੜੀ ਵੱਡੀ ਗੱਲ ਹੈਗੀ ਜਿਨ੍ਹਾਂ ਨੂੰ ਵਾਪਸ ਕੇ ਭੇਜ ਰਹੇ ਸੀ ਇੱਕ ਵੱਡੇ ਦੇਸ਼ ਤੋਂ। ਫਿਰ ਉਹਨਾਂ ਦੇ ਸਟੇਟਸ 'ਤੇ ਵੀ ਇਹ ਲਿਖਿਆ ਜਾਣਾ ਸੀ ਕਿ ਇਹਦੇ 'ਤੇ ਕੈਂਸਲੇਸ਼ਨ 'ਤੇ ਵੀ ਨਹੀਂ ਜਾ ਸਕਦੇ। ਉਹ ਵਿਚਾਰੇ ਸਾਰੀ ਉਮਰ ਇੱਥੇ ਹੀ ਤੁਰੇ ਫਿਰਨਗੇ ਸੜਕਾਂ 'ਤੇ। ਪਰ ਇਸ ਵੇਲੇ ਬੜੀ ਵੱਡੀ ਖਬਰ ਹੈ ਕਿ ਕਿਉਂਕਿ ਉਹ ਇੱਕ ਵਾਰੀ ਹੁੰਦਾ ਨਾ ਜਦੋਂ ਖੂਹ 'ਚ ਡਿੱਗ ਪੈਂਦਾ ਬੰਦਾ, ਫਿਰ ਉਹ ਨਿਕਲਣਾ ਔਖਾ ਹੁੰਦਾ। ਪਰ ਇਹਨਾਂ ਲਈ ਬਹੁਤ ਵੱਡੀ ਗੱਲ ਹੈ। ਉਹ ਕਹਿੰਦੇ ਨੇ ਕਿ ਖੂਹ 'ਚ ਇੱਟੀ ਡਿੱਗ ਜਿਹੜੀ ਇੱਟ ਜਿਹੜੀ ਡਿੱਗੀ ਹੁੰਦੀ ਗਿੱਲੀ ਹੋ ਕੇ ਨਿਕਲਦੀ ਹੈ, ਪਰ ਇਹ ਮੁੰਡੇ ਸੁੱਕੇ ਤਾਣੇ ਨਿਕਲੇ। ਬਹੁਤ ਵੱਡੀ ਵਾਰ ਖੂਹ ਸੁੱਕਾ ਵੀ ਹੁੰਦਾ। ਬਿਲਕੁਲ ਸਹੀ ਗੱਲ। ਟੈਨਸ਼ਨ ਇਜ਼ ਅ ਗ੍ਰੇਟ ਕਿਲਰ। ਗ੍ਰੇਟ ਬਿਲਕੁਲ ਸਹੀ ਗੱਲ ਹੈ। ਉਹ ਖੂਹ ਦੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਕੋਈ ਬੰਦਾ ਨਾ ਦਰਖਤ ਦੇ ਉੱਤੇ ਚੜ੍ਹ ਗਿਆ ਬੜੀ ਟੌਪ ਤੇ ਜੀ, ਉਹ ਤੋਂ ਥੱਲੇ ਨਾ ਉਤਰਿਆ ਜਾਵੇ। ਸੋ ਹੁਣ ਕੀ ਕੀਤਾ ਜਾਵੇ, ਸਾਰੇ ਬੰਦੇ ਇਕੱਠੇ ਹੋ ਗਏ ਪਿੰਡ ਦੇ, ਤੇ ਉਹਦੇ ਵਿੱਚ ਨਾ ਉਹ ਵੀ ਬੰਦਾ ਸੀ ਜਿਹੜਾ ਖੂਹ ਵਿੱਚ ਕੋਈ ਬੰਦਾ ਡਿੱਗ ਪਵੇ ਨਾ ਉਹਨੂੰ ਖਿੱਚ ਕੇ ਕੱਢਦੇ ਹੁੰਦੇ ਸੀ। ਉਹ ਕਹਿੰਦੇ ਇਹਨਾਂ ਦੀ ਮਦਦ ਲੈਂਦੇ ਆ। ਉਹਨੇ ਰੱਸਾ ਉੱਤੇ ਸੁੱਟਿਆ, ਕਹਿੰਦਾ ਬੰਨ ਲੈ ਆਪਣੇ ਲੱਕ ਦੇ ਨਾਲ। ਉਹਨੇ ਬੰਨ ਲਿਆ, ਹੁਚਕਾ ਮਾਰਿਆ ਤੇ ਉੱਤੋਂ ਹੀ ਆਇਆ ਉਹ ਤੜਾ ਥੱਲੇ। ਕਹਿੰਦਾ ਇਹ ਕੀ ਕੀਤਾ ਏ? ਕਹਿੰਦਾ ਖੂਹ ਚੋਂ ਵੀ ਅਸੀਂ ਏਦਾਂ ਹੀ ਕਰੀਦਾ ਨਾ, ਲੱਕ ਨਾਲ ਰੱਸਾ ਕੱਢਿਆ। ਕਹਿੰਦਾ ਉਹਦਾ ਥੱਲੋਂ ਕੱਢਣੇ ਨੇ, ਇਹ ਉੱਤੋਂ ਥੋੜਾ ਸੁੱਟਣਾ ਸੀ। ਇਹ ਤੀਜੀ ਚੌਥੀ ਜਮਾਤ ਵੀ ਲੱਗੀ ਹੁੰਦੀ ਸੀ ਕਹਾਣੀ ਤਾਂ। ਸੋ ਆਪਾਂ ਅੱਗੇ ਵਧੀਏ ਜੀ। ਆਪਾਂ ਬਸ ਸੁੱਖ ਸ਼ਾਂਤੀ ਆਪਣੇ ਉੱਥੇ ਵਸਣ, ਆਪਣਾ ਕੰਮ ਕਰਨ ਜਿਸ ਤਰ੍ਹਾਂ ਮਾਲਿਕ ਨੂੰ ਮਨਜ਼ੂਰ ਹੈ। ਪਰ ਇਹ ਵਧੀਆ ਬਹੁਤ ਵੱਡੀ ਕੰਮ ਹੋ ਗਿਆ। ਆਪਾਂ ਕਹਿੰਦੇ ਅੰਜਲ ਦੀ ਗੱਲ ਹੁੰਦੀ, ਪਰ ਅੰਜਲ ਉਹਨਾਂ ਦਾ ਭਾਰੀ ਹੈ ਉੱਥੇ ਰਹਿਣ ਲਈ, ਬਹੁਤ ਵੱਡੀ ਗੱਲ ਹੈ। ਉਹ ਧਰਤੀ ਨੇ ਉਹਨਾਂ ਨੂੰ ਆਪਣੇ ਵੱਡੇ ਨਸੀਬ ਉਹਨਾਂ ਦੀ ਕਿਸਮਤ 'ਚ ਲਿਖ ਦਿੱਤੇ। ਚਲੋ ਆਪਾਂ ਅੱਗੇ ਵਧਦੇ ਹਾਂ ਜੀ। ਇਹ ਕਹਿੰਦੇ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਗਵਰਨਰ ਜੀ ਨੂੰ ਬੜੇ ਕਰੜੇ ਹੱਥੀਂ ਲਿਆ। ਬਈ ਕੀ ਗੱਲ ਹੋ ਗਈ? ਇਹ ਸੂਤ ਨਹੀਂ ਹੁੰਦਾ ਮਾਮਲਾ ਦੋਵਾਂ ਦਾ? ਇਹ ਦੋਵੇਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਤਲਬ ਮਨਾਉਂਦੇ ਕਿਉਂ ਨਹੀਂ? ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ? ਪੰਜਾਬ ਸਟੇਟ ਵਾਸਤੇ ਇੱਕ ਦੂਜੇ ਨੂੰ ਮਨਾ ਹੀ ਲਵੋ। ਗੱਲ ਕੀ ਬਣੀ ਬਲਕਾਰ ਜੀ? ਇਹ ਦੇਖੋ ਜਿਹੜੇ ਤੁਸੀਂ ਇੱਕ ਲਫ਼ਜ਼ ਵਰਤਿਆ ਕਰੜੇ ਹੱਥੀ, ਕਰੜੇ ਹੱਥੀ ਮਤਲਬ ਹੈਗਾ ਕਿ ਮਜ਼ਬੂਤ ਹੱਥਾਂ ਨਾਲ ਉਹਨਾਂ ਨੇ ਉਹਨਾਂ ਨੂੰ ਫੜਿਆ ਔਰ ਉਹਨਾਂ ਦੀ ਜਿਹੜੀ ਗੱਲ ਸ਼ਬਦਾਂ 'ਚ ਜਿਹੜੀ ਵੱਡੀ ਚੋਣ ਉਹ ਇਹਨਾਂ ਨੇ ਜਿਹੜੀ ਦਿੱਲੀ ਇੱਕ ਸਮਾਗਮ ਹੋਇਆ ਸੀਗਾ, ਉਹਦੇ ਵਿੱਚ ਆਪ ਪਾਰਟੀ ਦੇ ਨੁਮਾਇੰਦਗੀ ਨਾਲ ਹੋਇਆ। ਕੇਜਰੀਵਾਲ ਸਾਹਿਬ ਵੀ ਉੱਥੇ ਸੀਗੇ ਔਰ ਇਹਨਾਂ ਸਭ ਤੋਂ ਵੱਡੀ ਜਦੋਂ ਪੰਜਾਬ ਦੀ ਗੱਲ ਕੀਤੀ ਤੇ ਇਹਦੇ ਵਿੱਚ ਇਹੀ ਕਿਹਾ, ਕਰੜੇ ਰੁੱਖ ਨਾਲ ਕਿਹਾ ਕਿ ਜਿਹੜੀ ਤਬਾਹੀ ਆ ਜੋ ਇਸ ਵੇਲੇ ਪੰਜਾਬ ਦੇ ਵਿੱਚ ਲੋਕਾਂ ਦੀ ਸੋਚ ਨੂੰ ਉਲਟੇ ਪਾਸੇ ਲੈ ਕੇ ਗਏ ਆ, ਉਹ ਗਵਰਨਰ ਸਾਹਿਬ ਨੇ। ਇੱਕ ਤਾਂ ਕਹਿੰਦੇ ਜਦੋਂ ਬਜਟ ਪਾਸ ਹੋਣਾ ਸੀ ਉਹਦੇ 'ਤੇ ਇਹਨਾਂ ਨੇ ਕੈਂਸਲੇਸ਼ਨ ਲਿਖਤੀ ਆ, ਉਹ ਨਹੀਂ ਕੀਤਾ। ਵਿਸ਼ੇਸ਼ ਸਦਨ ਦੇ ਜਿਹੜੇ ਸਾਨੂੰ ਲੈਣੇ ਸੀਗੇ ਸਮਾਗਮ ਦੀ ਅਪਰੂਵਲ, ਉਹ ਨਹੀਂ ਦਿੱਤੀ। ਵਾਈਸ ਚਾਂਸਲਰ ਸੀਗੇ ਯੂਨੀਵਰਸਿਟੀਆਂ ਦੇ, ਉਹ ਨਹੀਂ ਅਪਰੂਵਲ ਦਿੱਤੀ। ਕਹਿੰਦੇ ਕੋਈ ਵੀ ਨਹੀਂ। ਤੇ ਜਦੋਂ ਬਾਅਦ ਅਸੀਂ ਵਾਇਆ ਗਵਰਨਰ ਭੇਜਦੇ ਹਾਂ ਲੈਟਰ ਸੈਂਟਰ ਨੂੰ, ਅਤੇ ਉਹ ਅੱਗੇ ਫਾਰਵਰਡ ਨਹੀਂ ਕਰਦੇ। ਉਹ ਕਹਿੰਦੇ ਜਿਹੜਾ ਪੰਜਾਬ ਦੇ ਵਿੱਚ ਸਾਰਾ ਕੁਝ ਇਸ ਵੇਲੇ ਫੰਡ ਰੁਕੇ ਪਏ ਆ, ਵਿਕਾਸ ਕਾਰਜ ਰੁਕੇ ਪਏ ਆ, ਐਂਡ ਡਿਊ ਟੂ ਦੈਟ ਗਵਰਨਰ ਸਾਹਿਬ। ਉਹਨਾਂ ਨੇ ਕਹਿਤਾ ਕਿ ਸਾਰਾ ਕੁਝ ਉਹਨਾਂ ਦੀ ਵਜ੍ਹਾ ਕਰਕੇ ਰੁਕ ਗਿਆ ਹੈਗਾ। ਅਸੀਂ ਚਾਹੇ ਅੱਡੀ ਚੋਟੀ ਦਾ ਜ਼ੋਰ ਲਾ ਲਈਏ, ਸਾਡੇ ਕੋਲ ਜਿੰਨਾ ਪੈਸਾ ਹੈਗਾ, ਜੋ ਸਹੂਲਤਾਂ ਮੇਰੇ ਕੋਲ ਹੈਗੀਆਂ, ਜੋ ਮੈਂ ਮੈਨੀਫੈਸਟੋ 'ਚ ਕਿਹਾ ਮੈਂ ਦੇ ਰਿਹਾ ਪੰਜਾਬ ਨੂੰ, ਮੈਂ ਉਦੋਂ ਬਾਅਦ ਵੀ ਦੇਵਾਂਗਾ। ਸਵਾ ਸਾਲ 'ਚ ਮੈਂ ਜੋ ਦੇ ਦਿੱਤੀਆਂ, ਅੱਗੇ ਵੀ ਮੈਂ ਬਰਸਾਤ ਦੀ ਝੜੀ ਵਾਂਗੂ ਲਾ ਦੂੰਗਾ ਸਾਰਾ ਕੁਝ। ਪਰ ਪੈਸਾ ਜਿਹੜਾ ਮੈਂ ਲੈਣਾ, ਸੈਂਟਰ ਮੈਨੂੰ ਸਹਿਯੋਗ ਨਹੀਂ ਦੇ ਰਹੀ ਆ, ਇਸੇ ਕਰਕੇ ਕਿ ਜੇ ਵਾਇਆ ਗਵਰਨਰ ਸਾਹਿਬ ਕਰਨ ਸਾਰਾ ਕੁਝ ਤੇ ਕਰ ਸਕਦੇ ਬੜਾ ਕੁਝ। ਉਹ ਕਹਿੰਦੇ ਇਕੱਲੇ ਕਰਨ ਲਈ ਬੜਾ ਔਖਾ ਹੁੰਦਾ, ਇੱਕ ਇਕੱਲਾ ਤੇ 2-11 ਵਾਲੀ ਗੱਲ ਉਹਨਾਂ ਨੇ ਕਹੀ ਆ। ਪਰ ਇਹਦੇ ਵਿੱਚ ਦੇਖੋ ਹੁਣ ਲੋਕਾਂ ਨੂੰ ਤਾਂ ਪਤਾ ਹੀ ਹੈਗਾ ਕਿ ਇਹਨਾਂ ਦੋਵਾਂ ਦੇ ਵਿੱਚੋਂ ਕਸੂਰ ਕਿਹਦਾ ਹੈਗਾ। ਖਾਸ ਤੌਰ ਤੇ ਬਾਕੀ ਸਟੇਟਾਂ 'ਚ ਨਹੀਂ ਹੈਗਾ ਇੱਦਾਂ ਦਾ ਕੋਈ ਮੁੱਦਾ, ਪਰ ਮੂਲ ਮੁੱਦਾ ਪੰਜਾਬ 'ਚ ਜ਼ਿਆਦਾ ਹੁੰਦਾ। ਪੰਜਾਬ 'ਚ ਹਮੇਸ਼ਾ ਰਿਹਾ, ਜਿੰਨੇ ਖਾਸ ਤੌਰ ਤੇ ਗਵਰਨਰ ਆਏ ਆ ਉਹਦੇ ਵਿੱਚ ਕਾਂਗਰਸ ਦਾ ਜੇ ਪਾਰਟੀ ਹੁੰਦੀ ਸੀ, ਕਾਂਗਰਸ 'ਚ ਜਦੋਂ ਇੰਦਰਾ ਗਾਂਧੀ ਉੱਥੇ ਸੀ, ਜੇ ਗਵਰਨਰ ਹੋਰ ਹੁੰਦਾ ਸੀ ਜਾਂ ਮੁੱਖ ਮੰਤਰੀ ਤੇ ਪੰਜਾਬ 'ਚ ਹੋਰ ਹੁੰਦਾ ਸੀਗਾ ਤੇ ਇਹਦਾ ਉਲਟਾ ਹੀ ਚੱਕਰ ਪੈ ਜਾਂਦਾ ਸੀ। ਪੰਜਾਬ ਇਸ ਗੱਲ ਨੂੰ ਕਰਕੇ ਬਹੁਤ ਸਹੂਲਤਾਂ ਤੋਂ ਵਾਂਝਾ ਰਿਹਾ, ਊਣਾ ਰਿਹਾ। ਇਸੇ ਕਰਕੇ ਰਿਹਾ ਵੀ ਇਹਦਾ ਜਿਹੜਾ ਸਹੂਲਤਾਂ ਵਾਲਾ ਕੁੱਜਾ ਨਾ ਉਹ ਸਖਣਾ ਰਿਹਾ ਅੰਦਰ। ਉਸੇ ਤਰ੍ਹਾਂ ਦੀ ਗਾਗਰ ਵੱਜਦੀ ਰਹੀ, ਖਾਲੀ ਗਾਗਰ ਵੱਜ ਕੇ ਬੋਲੀਆਂ ਪੈਂਦੀਆਂ ਰਹੀਆਂ ਇੱਥੇ, ਤੇ ਉੱਦਾਂ ਹੀ ਗਿੱਧਾ ਪੈਂਦਾ ਰਿਹਾ। ਆਂਦੇ ਥਾਣੇ ਦੇ ਨੇੜੇ ਗਿੱਧਾ ਨਹੀਂ ਪੈ ਸਕਦਾ, SHO ਜਿਹੜਾ ਗਿੱਧਾ ਨਹੀਂ ਪਾਉਣ ਦਿੰਦਾ। ਇਹ ਸਮਝ ਲਓ ਵੀ ਹੁਣ ਜਿਹੜਾ ਸਾਡਾ ਪੰਜਾਬ ਆ ਇਹ ਕਲਚਰ ਨਾਲ ਰਿਲੇਟਡ ਆ, ਕਲਚਰ ਦੀ ਟ੍ਰੈਡੀਸ਼ਨ ਹੈਗੀਆਂ, ਸਾਰੀਆਂ ਪਰੰਪਰਾਵਾਂ ਨੂੰ ਜਾਣਦਾ ਹੈ। ਪਰ ਇੱਕ ਪਾਸੇ ਥਾਣਾ ਵੀ ਆ। ਥਾਣਾ ਕੌਣ ਹੈਗਾ? ਕੇਂਦਰ ਜਿਹੜਾ ਇੱਥੇ ਖੁਸ਼ਹਾਲੀ, ਇੱਥੇ ਵਿਕਾਸ ਕਾਰਜ ਜਿਹੜੇ ਹੈਗੇ ਆ। ਤੁਹਾਨੂੰ ਪਤਾ ਹੀ ਹੈ ਪਿਛਲੇ ਸਮੇਂ ਤੋਂ ਇਹਨਾਂ ਨੇ ਕਹਿਤਾ ਕਿ ਜਿਹੜੇ ਵੀ ਸੈਂਟਰ ਪੈਸਾ ਦੇ ਰਹੀ ਆ ਰੂਰਲ ਡਿਵੈਲਪਮੈਂਟ ਦੀਆਂ ਸਕੀਮਾਂ ਲਈ, ਉਹ ਸਾਰਾ ਬੰਦ ਹੋ ਗਿਆ। ਜਿੰਨੇ ਵਿਚਾਰੇ ਪੰਚਾਇਤਾਂ ਦੇ ਪ੍ਰਮੁੱਖ ਨੇ, ਜਿੰਨੇ ਸਰਪੰਚ ਨੇ, ਮੈਂਬਰ ਨੇ, ਉਹ ਦੁੱਥੜਾ ਮਾਰ ਕੇ ਰੋ ਰਹੇ ਆ ਵੀ ਖਾਲੀ ਹੱਥ ਕੀ ਕਰੀਏ। ਲੋਕ ਕਹਿੰਦੇ ਹੁਣ ਤੁਸੀਂ ਕਰੋ, ਨਾਲੀਆਂ ਖਰਾਬ ਆ। ਤੁਸੀਂ ਕਿਤੇ ਵੀਡੀਓ ਵੇਖੋ ਮੁਕਤਸਰ ਦੇ ਏਰੀਏ 'ਚ, ਵੀਡੀਓ ਹੈਗਾ ਨਾਲੀਆਂ ਬਲੌਕ ਹੋਈਆਂ ਪਾਣੀ ਦੀਆਂ, ਪਾਣੀ ਆ ਰਿਹਾ ਤਾਂ ਵਿੱਚੋਂ ਗੰਦ ਆ,
ਉੱਥੋਂ ਦੇ ਜਿਹੜੇ ਕਾਉਂਸਲਰ ਆਪ ਕੱਢ ਰਹੇ, ਕਈਆਂ ਨਾ ਆਪ ਕੱਢ ਰਹੇ ਸਮਾਨ। ਦੇਖੋ ਗੱਲ ਇਹ ਹੈ ਬਲਕਾਰ ਜੀ, ਜੋ ਸੂਬੇ ਦਾ ਫੰਡ ਰੋਕਿਆ ਜਾਂਦਾ, ਭਾਵੇਂ ਹੁਣ ਰੋਕਿਆ ਜਾ ਰਿਹਾ, ਭਾਵੇਂ ਪਹਿਲਾਂ ਵੀ ਕਦੀ ਰੋਕਿਆ ਗਿਆ, ਬਿਲਕੁਲ ਗਲਤ ਆ। ਕਿਉਂਕਿ ਸੂਬੇ ਨੂੰ ਜੋ ਤਰੱਕੀ ਮਿਲਣੀ ਚਾਹੀਦੀ ਉਹ ਪੈਸੇ ਨਾਲ ਹੀ ਜਿਹੜਾ ਕੰਮ ਹੋਣਾ, ਜਿਹੜਾ ਕੰਮ ਪੈਸੇ ਨਾਲ ਹੋਣਾ ਪੈਸੇ ਨਾਲ ਹੋਣਾ। ਤੁਸੀਂ ਪੈਸੇ ਤੋਂ ਬਿਨਾ ਕਿੱਦਾਂ ਕਰੋਗੇ? ਗੱਲਾਂ ਨਾਲ ਨਹੀਂ ਹੁੰਦਾ ਨਾ। ਹਾਂ, ਦੂਜੀ ਗੱਲ ਇਹ ਹੈ ਕਿ ਜਿਹੜੇ ਮਾਨ ਸਾਹਿਬ ਦੇ ਇਹ ਸਾਰੇ ਵਚਨ ਨੇ, ਜਿਹੜੇ ਇਹ ਸਾਰੇ ਸਟੇਟਮੈਂਟਸ ਦੇ ਰਹੇ ਨੇ, ਇਹ ਵੀ ਹੋਣ ਨਾਲ ਕਿ ਜਦੋਂ ਫੰਡ ਆਉਂਦੇ ਨੇ ਤਾਂ ਜਿਹੜੇ ਇੱਥੇ ਪੰਜਾਬ ਦਾ ਪੈਸਾ ਖਾ ਜਾਂਦੇ ਨੇ, ਆਪਣੀਆਂ ਜਾਇਦਾਦਾਂ ਬਣਾ ਲੈਂਦੇ ਨੇ, ਉਹ ਵੀ ਰੋਕ ਲੱਗੇ। ਆਪੋਜੀਸ਼ਨ ਨੂੰ ਕਰਨਾ ਚਾਹੀਦਾ, ਨਾਲੇ ਤੇ ਜੁਆਇੰਟਲੀ ਗੱਲ ਦੋ ਵੀ ਚੀਜ਼ ਇਕੱਠੀ ਹੋਣੀ ਚਾਹੀਦੀ ਨੇ। ਕਿਉਂਕਿ ਪਿੱਛੇ ਤੇ ਗੱਲ ਹੋਈ ਸੀ ਕਿ NRIs ਵੀ ਪੈਸੇ ਭੇਜ ਰਹੇ ਨੇ। ਆਪਾਂ ਇਸੇ ਪਲੇਟਫਾਰਮ ਤੋਂ ਕਿਹਾ ਸੀਗਾ ਕਿ ਸਿੱਧੇ ਕਿਸੇ ਫੰਡ NRI ਵੀ ਥੋੜਾ ਜਿਹਾ ਕ੍ਰੀਏਟ ਕਰਨੇ ਨੇ ਤੇ ਕੋਈ ਸਿਸਟਮੈਟਿਕ ਵੇ ਨਾਲ ਹੋਣ, ਕਿਉਂਕਿ ਇਹਨਾਂ ਨੇ ਫਿਰ ਸਭ ਖਾ ਜਾਣੇ ਨੇ ਜਿਹੜੇ ਇੱਥੇ ਖਾਣ ਪੀਣ ਵਾਲੇ ਬੈਠੇ ਨੇ। ਤੇ ਖਾਣ ਪੀਣ ਵਾਲੀ ਜਮਾਤ ਬਹੁਤ ਤਗੜੀ ਹੈ, ਉਹਨਾਂ ਦੇ ਲਿੰਕ ਵੀ ਬੜੇ ਤਗੜੇ ਨੇ, ਉਹਨਾਂ ਦੀਆਂ ਜੜ੍ਹਾਂ ਵੀ ਬੜੀਆਂ ਤਗੜੀਆਂ ਨੇ। ਪਤਾ ਨਹੀਂ ਲੱਗਣ ਦਿੰਦੇ, ਪਤਾ ਨਹੀਂ ਕਿਹੜੇ ਰਾਹ ਤੋਂ ਲੈ ਕੇ ਕੱਢ ਕੇ ਲੈ ਜਾਂਦੇ ਨੇ। ਐਦਾਂ ਹੀ ਪਤਾ ਲੱਗਦਾ ਕਿ ਕੋਠੀ ਹੋਰ ਪੈ ਗਈ, 4 ਪਲਾਟ ਹੋਰ ਲੈ ਲਏ, ਉਹ ਸਭ ਬੇਨਾਮੀ। ਫਿਰ ਬਾਅਦ ਵਿੱਚ ED ਆਉਂਦੀ ਆ, ਫਿਰ ਇਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ, ਫਿਰ ਜਾਲੀ ਸਰਟੀਫਿਕੇਟ ਦਿੰਦੇ ਨੇ ਡਾਕਟਰਾਂ ਤੋਂ ਲੈ ਕੇ ਤਬੀਅਤ ਠੀਕ ਨਹੀਂ ਹੈਗੀ, ਤੇ ਇਨਕਮ ਟੈਕਸ ਦੇ ਛਾਪੇ ਪੈਂਦੇ ਨੇ। ਫਿਰ ਸਾਨੂੰ ਨਿਊਜ਼ ਮਿਲਦੀ ਹੈ ਡਿਸਕਸ਼ਨ ਕਰਨ ਵਾਸਤੇ, ਇਹ ਕੁਝ ਹੋਰ ਹੀ ਕੰਮ ਸ਼ੁਰੂ ਹੋ ਜਾਂਦਾ। ਜੇ ਇਹ ਨਾ ਪੈਸੇ ਖਾਣ ਤੇ ਸਾਰੇ ਦਾ ਸਾਰਾ ਜਿਹੜਾ ਫੰਡ ਆਉਂਦਾ ਹੈ ਉਹ ਲੱਗੇ ਪੰਜਾਬ ਦੀ ਬਿਹਤਰੀ ਵਾਸਤੇ, ਜੇ ਸ਼ੁਰੂ ਤੋਂ ਹੀ ਲੱਗਦਾ ਨਾ ਬਲਕਾਰ ਜੀ, ਤਾਂ ਅੱਜ ਪੰਜਾਬ ਰੰਗਲਾ ਪੰਜਾਬ ਕਦੋਂ ਦਾ ਬਣਿਆ ਹੋਣਾ ਸੀ, ਬਲਕਿ ਸੋਨੇ ਦੀ ਚਿੜੀ ਬਣਿਆ ਹੋਣਾ ਸੀ। ਔਰ ਸਾਡੇ ਨੌਜਵਾਨੀ ਬਾਹਰ ਵੀ ਨਾ ਗਈ ਹੁੰਦੀ, ਇੱਥੇ ਹੀ ਪੰਜਾਬ ਨੂੰ ਬਹੁਤ ਹੱਸਦਾ ਵਸਦਾ ਵਸਾਇਆ ਹੋਣਾ ਸੀ ਉਹਨਾਂ ਨੇ। ਕੁਝ ਸਿਟੀ ਨਾ ਇਹਨਾਂ ਨੇ ਸਮਾਰਟ ਸਿਟੀ ਡਿਕਲੇਅਰ ਕੀਤੇ ਸੀਗੇ ਪਿਛਲੀ ਸਰਕਾਰਾਂ ਨੇ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਜਲੰਧਰ ਉਹਦੇ ਵਿੱਚ ਹੈਗਾ, ਲੁਧਿਆਣਾ ਉਹਦੇ ਵਿੱਚ ਹੈਗਾ। ਉਹ 'ਚ ਕਹਿੰਦੇ ਸੀ ਕਿ ਲੁਧਿਆਣੇ 'ਚ ਜਿਹੜੀਆਂ ਹੈਗੀਆਂ ਉਹਦੇ 'ਚ ਬੜਾ ਕੁਝ ਚੱਲੇਗਾ ਔਰ ਆਵਾਜਾਈ ਦੇ ਸਾਧਨ ਸੜਕਾਂ ਬਿਲਕੁਲ ਠੀਕ ਹੋ ਜਾਊਗਾ, ਮੈਟਰੋ ਚੱਲਣਗੀਆਂ। ਪਰ ਉਹ ਉਦੋਂ ਬਾਅਦ ਇਹ ਸਰਕਾਰ ਆ ਗਈ ਜਾਂ ਕਾਂਗਰਸ, ਫਿਰ ਜਦੋਂ ਰੇ ਚੰਨੀ ਸਾਹਿਬ ਰਹੇ ਆ, ਉਦੋਂ ਬਾਅਦ ਥੋੜ੍ਹਾ ਬਹੁਤ ਇਹਨਾਂ ਨੇ ਉਹਦਾ ਸਰਵੇ ਕੀਤਾ, ਮਾੜਾ ਮੋਟਾ ਕੰਮ ਹੋਇਆ, ਮੁੜ ਕੇ ਸਮਾਰਟ ਸਿਟੀ ਵੀ ਖੂੰਜੇ ਲੱਗ ਗਿਆ। ਔਰ ਉਦੋਂ ਬਾਅਦ ਜਿਸ ਤਰ੍ਹਾਂ ਰਾਜੀਵ ਗਾਂਧੀ ਜਿਹੜੇ ਆਪਣੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਹੇ ਆ, ਉਹਨਾਂ ਨੇ ਕਿਹਾ ਸੀ ਕਿ ਜਿਹੜਾ ਸੈਂਟਰ ਤੋਂ ਪੈਸਾ ਆਉਂਦਾ ਉਹਦੇ 17 ਪੈਸੇ ਜਾਂਦੇ ਆ ਉਹਨਾਂ ਦੇ ਹੱਕ 'ਚ, 83 ਪੈਸੇ ਜਿਹੜੇ ਹੈਗੇ ਉਹ ਵਿੱਚ ਹੀ ਘੁਟਾਲਾ ਹੋ ਜਾਂਦਾ, ਵਿੱਚ ਜੇਬਾਂ 'ਚ ਪੈ ਜਾਂਦੇ ਆ। ਇਹ ਬਾਕਾਇਦਾ ਤੌਰ 'ਤੇ ਗੱਲ ਹੈਗੀ, ਅੱਜ ਵੀ ਹੋ ਰਿਹਾ, ਪਿੱਛੋਂ ਵੀ ਹੋ ਰਿਹਾ ਸੀ। ਇਹਨਾਂ ਚੀਜ਼ਾਂ ਜਿਹੜੀ ਤੁਸੀਂ ਗੱਲ ਕੀਤੀ, ਮੈਂ ਉਸੇ ਗੱਲ 'ਤੇ ਆ ਰਿਹਾ ਕਿ ਇਹ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਤਾਂ ਹੁਣ ਵੀ ਬਿਲਕੁਲ ਹੁੰਦੀਆਂ ਨੇ। ਇਹ ਸੋਚ ਨੂੰ ਬਦਲਣ ਲਈ ਲੋਕਾਂ ਦੀ ਬਹੁਤ ਵੱਡੀ ਤਰੱਦਦ ਕਰਨਾ ਪਊਗਾ। ਲੋਕਾਂ ਨੂੰ ਚਾਹੀਦਾ ਕਿ ਲੋਕਾਂ ਦਾ ਪੈਸਾ ਨਾ ਖਾਣ। 2 ਨੰਬਰ ਦਾ ਪੈਸਾ ਤੇ ਜਿਹਨੂੰ ਅਸੀਂ ਹਰਾਮ ਦਾ ਪੈਸਾ ਨੇ, ਇਹ ਪਚਦਾ ਨਹੀਂ ਹੁੰਦਾ। ਇਹ ਤੁਹਾਡੀਆਂ ਬਿਮਾਰੀਆਂ 'ਤੇ, ਤੁਹਾਡੇ ਘਰ 'ਤੇ, ਤੁਹਾਡੇ ਸਾਰੇ ਪਰਿਵਾਰ 'ਤੇ ਇਹਦਾ ਮਾੜਾ ਪ੍ਰਭਾਵ ਪੈਂਦਾ। ਉਹਨਾਂ ਨੂੰ ਚਾਹੀਦਾ ਹੈ ਕਿ ਪੈਸਾ ਆਪਣੀ ਕਮਾਈ ਦਾ, ਆਪਣੇ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਹੀ ਵਰਤਣ, ਇਹ ਪੈਸੇ ਨੂੰ ਨਾ ਹੱਥ ਲਾਉਣ। ਕਿਉਂਕਿ ਜਿਹੜੇ ਲੋਕਾਂ ਲਈ ਪੈਸਾ ਆਇਆ, ਗਰੀਬਾਂ ਦੇ ਲਈ ਆਇਆ, ਬੱਚਿਆਂ ਲਈ ਆਇਆ, ਉਹਨਾਂ ਦੇ ਦਾਣਿਆਂ ਲਈ, ਉਹਨਾਂ ਦੇ ਪੈਸੇ ਲਈ, ਉਹਨਾਂ ਦੇ ਕੱਪੜੇ ਲਈ, ਬੱਚਿਆਂ ਦੀ ਸਟੱਡੀ ਲਈ ਆਇਆ। ਤੁਸੀਂ ਆਪਣੀ ਜੇਬਾਂ ਭਰ ਲੋਗੇ ਫਿਰ ਗਲਤ ਗੱਲ ਹੈਗੀ। ਕੁਝ ਮੰਤਰੀਆਂ 'ਤੇ ਹੋਇਆ ਸੀ ਜਦੋਂ ਵਜ਼ੀਫਾ ਸਟਾਈਫਨ ਉਹਨਾਂ ਨੇ ਖਾ ਲਿਆ ਸੀਗਾ, ਜਿਸ 'ਚ ਸਾਧੂ ਸਿੰਘ ਧਰਮਸੋਤ ਤੇ ਹੋਰ ਵੀ ਮੰਤਰੀ ਨੇ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਦੇ ਦਿੱਤੀ ਸੀ ਕਲੀਨ ਚਿੱਟ, ਫਿਰ ਉਹ ਜੇਲ੍ਹ 'ਚ ਵੀ ਰਹੇ, ਹੁਣ ਜ਼ਮਾਨਤ 'ਤੇ ਬਾਹਰ ਆ ਗਏ, ਕੇਸ ਅਜੇ ਵੀ ਚੱਲਦਾ। ਇਹ ਪਤਾ ਨਹੀਂ ਕੀ ਹੋ ਰਿਹਾ ਕਿ ਜਦੋਂ ਕਿ ਉਹਨਾਂ ਦਾ ਕੇਸ ਹੁੰਦਾ ਫਿਰ ਜ਼ਮਾਨਤ 'ਤੇ ਬਾਹਰ ਵੀ ਆ ਜਾਂਦੇ ਆ, ਫਿਰ ਉਹਨਾਂ ਦੀਆਂ ਗਵਾਹੀਆਂ ਵੀ ਆਸੇ-ਪਾਸੇ ਹੋ ਜਾਂਦੀਆਂ, ਗਵਾਹ ਵੀ ਮੁੱਕਰ ਜਾਂਦੇ ਆ, ਗਵਾਹ ਨੇ ਪੈਸਾ ਖਾਧਾ ਹੁੰਦਾ ਹੈ। ਜੁਡੀਸ਼ਰੀ ਫਿਰ ਇੱਥੇ ਆ ਕੇ ਜਿਹੜੀ ਇਹ ਸਹੀ ਤੌਰ 'ਤੇ ਫੈਸਲਾ ਦੇਣਾ, ਮੁਕੰਮਲ ਤੌਰ 'ਤੇ ਉਹਨੂੰ ਉਹਦਾ ਸਾਰੀ ਤਰਦੀਦ ਕਰਨੀ ਔਖੀ ਹੋ ਜਾਂਦੀ ਉਹਨੂੰ, ਕਿਉਂਕਿ ਜਦੋਂ ਤਹਿਕੀਕਾਤ ਹੀ ਨਹੀਂ ਹੋਏਗੀ, ਕਿਉਂਕਿ ਸਬੂਤ ਵੀ ਮਿਟਾ ਦਿੱਤੇ ਗਏ, ਨਾ ਕੋਈ ਗਵਾਹ ਮਿਲਿਆ, ਨਾ ਸਬੂਤ ਮਿਲਿਆ, ਤੇ ਜੁਡੀਸ਼ਰੀ ਕਿਸ ਬੇਸ ਦੇ ਉੱਤੇ ਫੈਸਲਾ ਨਹੀਂ ਕਰੇਗੀ। ਉਹਨਾਂ ਤੇ ਇੱਥੇ ਕਰਨਾ ਇਸੇ ਆਧਾਰ ਤੇ। ਇਹ ਤਾਂ ਸਾਨੂੰ ਆਪ ਨੂੰ ਸੋਝੀ ਆਉਣੀ ਚਾਹੀਦੀ ਹੈ ਕਿ ਭਾਵੇਂ ਜਿੰਨਾ ਮਰਜ਼ੀ ਕਮਾਇਆ, ਛੱਡ ਤਾਂ ਇੱਥੇ ਹੀ ਗਏ। ਫਿਰ ਉਹ ਕਹਿੰਦੇ ਨੇ ਕੋਈ ਨਹੀਂ, ਜਦੋਂ ਤੱਕ ਜਿਉਂਦੇ ਹੋ ਉਦੋਂ ਤੱਕ ਤਾਂ ਐਸ਼ ਕਰ ਲਈਏ। ਉਹ ਐਸ਼ ਕਰਦੇ ਯਾਰ, ਦੂਜਿਆਂ ਨੂੰ ਤੁਸੀਂ ਰੋਟੀ ਖਾਣ ਜੋਗਾ ਨਹੀਂ ਛੱਡਦੇ ਹੋ, ਦੂਜਿਆਂ ਨੂੰ ਮਾਰ ਦਿਓ ਤੇ ਆਪ ਜੀਂਦੇ ਰਹੋ। ਇਹ ਕੋਈ ਤਰੀਕਾ ਤਾਂ ਹੁੰਦਾ ਨਹੀਂ, ਇਹ ਤਾਂ ਗਲਤ ਤਰੀਕਾ ਹੈ। ਖੈਰ, ਜਿਹੜੇ ਫੰਡ ਰੋਕੇ ਗਏ ਨੇ, ਉਹ ਰੋਕੇ ਹੋਏ ਫੰਡ ਰਿਲੀਜ਼ ਹੋਣੇ ਚਾਹੀਦੇ ਨੇ, ਤੇ ਗਵਰਨਰ ਸਾਹਿਬ ਤੇ CM ਸਾਹਿਬ ਦੀ ਆਪਸ 'ਚ ਦੋਸਤੀ ਹੋਣੀ ਚਾਹੀਦੀ ਹੈ। ਦੋਵੇਂ ਇਕੱਠੇ ਬੈਠਣ, ਸ਼ਾਮ ਨੂੰ ਚਾਹ ਦਾ ਕੱਪ ਪੀਓ, ਸਮੋਸੇ ਜਲੇਬੀਆਂ ਪਕੌੜੇ ਖਾਓ। ਔਰ ਭਗਵੰਤ ਮਾਨ ਸਾਹਿਬ ਤੇ ਬਹੁਤ ਵਧੀਆ ਕਿੱਸੇ ਵੀ ਸੁਣਾਉਂਦੇ ਨੇ, ਬਹੁਤ ਵਧੀਆ ਗੱਲਾਂ ਸੁਣਾਉਂਦੇ ਨੇ। ਬਨਵਾਰੀ ਲਾਲ ਜੀ ਰੋਹਿਤ ਸਾਹਿਬ ਦਾ ਮੂਡ ਵੀ ਠੀਕ ਕਰ ਸਕਦੇ ਨੇ, ਕਿਉਂ ਨਹੀਂ ਕਰ ਲੈਂਦੇ? ਵੈਸੇ ਜਿਹੜੇ ਹੁੰਦੇ ਨਾ ਗਵਰਨਰ ਤੇ CM ਮੁੱਖ ਮੰਤਰੀ ਜਿਹੜਾ ਹੁੰਦਾ, ਇਹ ਇੱਕ ਗੱਡੀ ਦੇ 2 ਪਹੀਏ ਹੁੰਦੇ ਆ। ਇੱਕ ਹੁੰਦੇ ਆ ਵੀ ਚੱਲਣ 'ਚ ਜਦੋਂ ਚੱਲਦੇ ਆ, ਇੱਕ ਸਾਵੇਂ ਤੌਰ 'ਤੇ ਚੱਲਦੇ ਆ, ਬੈਲੈਂਸ ਨਾਲ ਚੱਲਦੇ ਆ, ਸਮੂਥਲੀ ਚੱਲਦੇ, ਤੇ ਸਾਰਾ ਵਿਕਾਸ ਹੁੰਦਾ। ਹੁਣ ਇੱਕ ਪਹੀਆ ਇਹ ਨਾ ਵੀ ਵੱਡਾ ਟਰੱਕ ਦਾ ਲਾ ਦਿਓ ਤੇ ਦੂਜਾ ਜਿਹੜਾ ਪਹੀਆ ਕਾਰ ਦਾ ਲਾ ਦਿਓ, ਹੈ ਨਾ, ਤਾਂ ਉਹ ਪਹੀਏ ਤੇ ਫਿਰ ਗੱਡੀ ਤੇ ਖੜਕਣੀ ਆ, ਉਹ ਕਿਸੇ ਤਰ੍ਹਾਂ ਦੀ ਡਾਵਾਂਡੋਲ ਹੀ ਜਾਊਗੀ ਨਾ ਉਹ ਗੱਡੀ। ਹੁਣ ਜਿਹੜਾ ਟਰੱਕ ਦਾ ਪਹੀਆ ਵਾਗਾ, ਇਹ ਕੇਂਦਰ ਵਾਲੇ ਪਾਸੇ ਹੀ ਆ, ਹੋਰ ਗੱਡੀ ਫਿਰ ਖੜ ਕਰ ਚੱਲੂ, ਤੇ ਉੱਤੇ ਬੈਠੇ ਅਸੀਂ, ਆਪਾਂ ਲੋਕ ਵਸਨੀਕ ਬੈਠੇ ਆ, ਨਾਗਰਿਕ ਬੈਲੈਂਸ ਨਹੀਂ ਬਣਦਾ, ਉਹ ਬੈਲੈਂਸ ਨੂੰ ਕਦੇ ਐਨੂੰ ਡਿੱਗਦੇ, ਕਦੇ ਜਿੱਦਾਂ ਟਰਾਲੀ 'ਚ ਬਹਿੰਦੇ ਨਾ ਆਪਾਂ ਐਂ ਵੱਜਦੇ,
ਖੁਜਕੇ ਵੱਜਣ ਵਾਲੀ ਗੱਲ ਲੱਗਦਾ ਭੁਚਾਲ ਆ ਗਿਆ, ਟਰੈਕਟਰ ਆ ਕੇ ਫਟ 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 ਕਰਦਾ ਉਹ ਆ। ਚਲੋ ਅੱਗੇ ਆਪਾਂ ਸੋਚਦੇ ਆ ਕਿ ਵਧੀਆ ਹੋਵੇ, ਸਭ ਕੁਝ ਪੰਜਾਬ ਦਾ ਵੀ ਵਧੀਆ ਹੋ ਜਾਏ। ਹਾਂ, ਬ੍ਰਿਜ ਭੂਸ਼ਣ ਨੂੰ ਬਚਾ ਰਹੀ ਹੈ ਸਰਕਾਰ, ਇਹ ਕਹਿ ਰਹੇ ਨੇ ਪਹਿਲਵਾਨ ਜਿਹੜੇ ਧਰਨੇ ਤੇ ਬੈਠੇ ਨੇ ਕਿ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਨੇ ਉਹਨਾਂ ਨੂੰ ਬਚਾਉਣ 'ਚ ਲੱਗੀ ਹੋਈ। ਹਾਲਾਂਕਿ ਅਹੁਦੇ ਤੇ ਨਹੀਂ ਰਹੇ, ਹੁਣ 15 ਜੂਨ ਤੱਕ ਸਾਰੀ ਰਿਪੋਰਟ ਆ ਜਾਣੀ ਹੈ, 2-4 ਦਿਨ ਰਹਿ ਗਏ ਨੇ। ਉਸ ਤੋਂ ਬਾਅਦ ਇਹ ਡਿਸਾਈਡ ਹੋਏਗਾ ਕਿ ਇਹਨਾਂ ਨੂੰ ਗ੍ਰਿਫਤਾਰ ਕਰਨਾ ਕਿ ਨਹੀਂ ਕਰਨਾ, ਤੇ ਨਵੀਂ ਚੋਣ ਹੋਣੀ ਹੈ 30 ਜੂਨ ਤੱਕ, ਉਹ ਵੀ ਕੰਪਲੀਟ ਹੋ ਜਾਣੀ ਹੈ। ਹੁਣ ਇਹ ਸਿੱਧਾ ਸਰਕਾਰ ਦੇ ਉੱਤੇ ਦੋਸ਼ ਹੈ ਕਿ ਆਪਣੇ ਸਰਕਾਰ ਜਿਹੜੀ ਹੈ ਬ੍ਰਿਜ ਭੂਸ਼ਣ ਜੀ ਨੂੰ ਬਚਾ ਰਹੀ ਹੈ। ਹਾਂ, ਸਰਕਾਰ ਬ੍ਰਿਜ ਭੂਸ਼ਣ ਨੂੰ ਬਚਾਉਣ ਦਾ ਜਿਹੜਾ ਇਹ ਵਾਕਿਆ ਜਾਂ ਜਿਹੜੇ ਸ਼ਬਦ ਕਹੇ ਆ, ਇਹ ਸਾਰੇ ਉਹਨਾਂ ਦੇ ਫਗਾਟ ਜਿਹੜੀ ਮਹਿਲਾ ਪਹਿਲਵਾਨ ਨੇ ਉਹਨਾਂ ਵੱਲੋਂ, ਸਾਕਸ਼ੀ ਆ ਉਹਨਾਂ ਵੱਲੋਂ ਆ, ਔਰ ਇਹਨੇ ਸਾਰਿਆਂ ਨੇ ਜਿਹੜੀਆਂ ਬੜੀਆਂ ਪ੍ਰੋਮੀਨੈਂਟ ਔਰ ਬੜੀਆਂ ਵੈਲ ਨੋਨ ਪਹਿਲਵਾਨ ਜਿਹੜੇ ਹੈਗੇ ਆ ਇੰਡੀਆ ਦੇ, ਜਿਹੜੇ ਓਲੰਪਿਕ ਤੋਂ ਤਮਗੇ ਜਿੱਤ ਕੇ ਆਏ, ਉਹਨਾਂ ਦੇ ਬਿਆਨ ਨੇ। ਔਰ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਤਾਂ ਕੋਈ ਮੁੱਕਰਨ ਵਾਲੀ ਗੱਲ ਨਹੀਂ, ਅਸੀਂ ਜੋ ਕੁਝ ਕਿਹਾ ਵਾ, ਜੋ ਕੁਝ ਲਿਖਿਆ ਹੋਇਆ FIR 'ਚੋਂ ਸਾਡੇ ਕੋਲ ਉਸੇ ਤਰ੍ਹਾਂ ਹੈਗਾ, ਕਾਮਯਾਬ ਹੈ, ਅਸੀਂ ਉਸੇ ਤਰ੍ਹਾਂ ਫਿਰ ਆਵਾਂਗੇ। ਸਾਡੇ 'ਤੇ ਰਿਪੀਟ ਕਰਨ ਦਾ ਉਹ ਚਿੱਤਰ ਦੁਬਾਰਾ ਲੈ ਕੇ ਆਏ ਸੀ, ਸਾਨੂੰ ਦ੍ਰਿਸ਼ ਉਸੇ ਤਰ੍ਹਾਂ ਕ੍ਰੀਏਟ ਕੀਤੇ ਗਏ। ਪਰ 15 ਤਰੀਕ ਜਿਹੜਾ ਤੁਸੀਂ ਕਿਹਾ ਵਾ, ਜਿਸ 'ਚ ਅਨੁਰਾਗ ਠਾਕਰ ਜੀ ਜਿਹੜੇ ਇਹਦੇ ਖੇਡ ਮੰਤਰੀ ਨੇ, ਉਹਨਾਂ ਨੇ ਇਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਤੁਹਾਨੂੰ ਕੋਈ ਇਹਦੇ 'ਚ ਕੋਈ ਮੁਸ਼ਕਿਲ ਦੀ ਗੱਲ ਨਹੀਂ ਔਰ ਚਿੰਤਾ ਦੀ ਗੱਲ ਨਹੀਂ, ਅਸੀਂ ਬਾਕਾਇਦਾ ਤੌਰ 'ਤੇ ਕਰਾਂਗੇ। ਅਸਤੀਫਾ ਤਾਂ ਉਹਦਾ ਦਵਾ ਦਿੱਤਾ ਬ੍ਰਿਜ ਭੂਸ਼ਣ ਜੀ। ਹੁਣ ਇਸ ਵੇਲੇ ਤਾਂ ਇਹਦੇ ਫੈਡਰੇਸ਼ਨ ਦੇ ਪ੍ਰਧਾਨ ਤਾਂ ਨਹੀਂ ਹੈਗੇ ਔਰ MP ਹੈ। ਔਰ ਉਦੋਂ ਬਾਅਦ ਉਹਨਾਂ ਦੇ ਜਿਹੜੇ ਇਸ ਵੇਲੇ ਸੰਬੋਧਨ ਆ ਰਹੇ ਆ ਲੋਕਾਂ ਨੂੰ, ਜਿਹੜਾ ਕਹਿ ਰਹੇ ਆ ਵੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਜੋ ਜੁਡੀਸ਼ਰੀ ਕਹੂਗੀ ਜੋ ਵੀ ਹੈ, ਕਹਿੰਦੇ ਮੇਰੇ ਤੇ ਕੋਈ ਤੋਹਮਤ ਨਹੀਂ ਲੱਗ ਸਕਦੀ, ਮੇਰੇ ਤੇ ਕੋਈ ਦੋਸ਼ ਨਹੀਂ ਲੱਗੂਗਾ, ਮੈਨੂੰ ਪਤਾ ਹੈਗਾ, ਮੈਂ ਇਸੇ ਕਰਕੇ ਆਂਦਾ ਹਿੱਕ ਤਾਣ ਕੇ ਖੜਾ ਹੈਗਾ। ਔਰ ਦੂਜੇ ਪਾਸੇ ਕੁੜੀਆਂ ਜਿਹੜੀਆਂ 7 ਕੁੜੀਆਂ, ਉਹਨਾਂ ਨੇ ਕਹਿਤਾ ਕਿ ਬਾਕਾਇਦਾ ਤੌਰ 'ਤੇ ਇਹ ਸੱਚ ਹੈ, ਇੱਕ ਝੂਠ ਬੋਲੂ, 2 ਬੋਲੂਗੇ, 7 ਝੂਠ ਬੋਲਣਗੇ, ਤੇ ਬਾਕੀ ਜਿਹੜੇ ਹੋਰ ਵੀ ਮੁੰਡੇ ਕੁੜੀਆਂ ਜਿਹੜੇ ਨਾਲ ਹੈਗੇ ਆ। ਔਰ ਉਹਦੇ 'ਤੇ ਬਾਕੀ ਜਿਹੜੀਆਂ ਹੈਗੀਆਂ ਜਿਸ 'ਚ ਖਿਡਾਰੀ ਆ ਗਏ ਆ ਹਿੰਦੁਸਤਾਨ ਦੇ, ਫਿਲਮਾਂ ਦੇ ਜਿਹੜੇ ਆ ਰਹੇ ਅਦਾਕਾਰ, ਉਹਦੇ 'ਚ ਉਹ ਆ ਰਹੇ ਆ, ਮਹਾਂ ਪੰਚਾਇਤ ਆ ਗਈਆਂ ਜਿਹਦੇ 'ਚ ਕਿਸਾਨ ਪੂਰੇ ਦੇ ਪੂਰੇ ਇੰਡੀਆ ਦੇ ਆ ਗਏ ਆ। ਉਹਨਾਂ ਨੂੰ ਇਹ ਤਾਂ ਪਤਾ ਹੋਊਗਾ ਨਾ ਵੀ ਇਹ ਸੱਚ ਹੀ ਹੈਗਾ। ਸੱਚ ਜਿਹੜੇ ਆ ਨਾ, ਸੱਚ ਤਾਂ ਸੱਚ ਦੇ ਪਿੱਛੇ ਲੱਗਦੇ ਆ ਨਾ, ਝੂਠ ਦੇ ਪਿੱਛੇ ਤਾਂ ਕੋਈ ਲੱਗਦਾ ਨਹੀਂ। ਇੱਕ ਬੰਦਾ ਲੱਗੂ, 2 ਬੰਦਾ ਲੱਗੂ, ਪੂਰਾ ਹਿੰਦੁਸਤਾਨ ਇਹਦੇ ਪਿੱਛੇ ਲੱਗਾ। ਤੇ ਉਹ ਇਕੱਲਾ ਹੀ ਕਹਿ ਰਿਹਾ ਬ੍ਰਿਜ ਭੂਸ਼ਣ ਜੀ ਕਿ ਮੈਂ ਬਿਲਕੁਲ ਸੱਚਾ ਹੈਗਾ। ਹੁਣ ਇਹ ਨਿਤਾਰਾ, ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜੁਡੀਸ਼ਰੀ ਕਰੂਗੀ। ਹੁਣ ਦੇਖੋ ਜੁਡੀਸ਼ਰੀ ਕਿਸ ਕਸਵਟੀ, ਕਿਸ ਰੰਗ ਨਾਲ ਬੈਠਦੀ ਹੈ ਕਿ ਕਿਸ ਪਾਸੇ ਦੱਸਦੀ ਹੈ। ਔਰ ਇਹ ਮਾਮਲਾ ਬੜਾ ਪੇਚੀਦਾ ਔਰ ਬੜਾ ਹੀ ਗੁੰਝਲਦਾਰ ਦੇ ਤਰੀਕੇ ਨਾਲ ਜਿਹੜਾ ਜਾ ਰਿਹਾ ਜਾਂ ਨਜਿੱਠਿਆ ਜਾ ਰਿਹਾ। ਔਰ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਗੱਲ ਹੈਗੀ ਆ, ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਫਗਾਟ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ, ਉਹਨਾਂ ਨੇ ਗੱਲ ਕਰਨੀ ਚਾਹੀਦੀ, ਉਹ ਬਿਆਨ ਦੇਣ। ਔਰ ਖੇਡ ਮੰਤਰੀ ਤੇ ਦੱਸਦਾ, ਖੇਡ ਮੰਤਰੀ ਨੇ ਜਦੋਂ ਦਾ ਉਹਨਾਂ ਨੇ ਕਿਹਾ ਬੈਲੈਂਸ ਕਰ ਦਿੱਤਾ ਉਹਨਾਂ ਨੇ। ਪਰ ਅਜੇ 15 ਤਰੀਕ ਤੱਕ ਫਿਰ ਹਲਚਲ ਮੱਚੀ ਰਹੂਗੀ। ਔਰ ਉਦੋਂ ਪਹਿਲਾਂ ਵਿਸਫੋਟਕ ਤੌਰ 'ਤੇ ਜਿਹੜਾ ਪਟਾਕਾ ਪਿਆ ਸੀ, ਉਹ ਜਿਸ ਦਿਨ ਪਾਰਲੀਮੈਂਟ ਦਾ ਉਦਘਾਟਨ ਸੀਗਾ ਨਵੀਂ ਇਮਾਰਤ ਦਾ, ਉਦੋਂ ਵੀ ਇਹਨਾਂ ਦੀ ਧੂਆ ਘੜੀਸ ਹੋਊ, ਉਦੋਂ ਤਾਂ ਜ਼ਿਆਦਾ ਗੁੱਸੇ 'ਚ ਆ ਗਏ। ਉਸ ਤੋਂ ਬਾਅਦ ਇਹ ਦੂਜੀ ਕਰਵਟ 'ਤੇ ਆ ਗਿਆ। ਜਦੋਂ ਕਿਸੇ ਪਾਸੇ ਰੌਲਾ ਪੈਂਦਾ, ਕੁਛ ਹੁੰਦਾ, ਜਦੋਂ ਉਹਨਾਂ 'ਤੇ ਕੋਈ ਤਸ਼ੱਦਦ ਹੁੰਦਾ, ਉਹ ਫਿਰ ਜ਼ਮੀਨ 'ਤੇ ਨਹੀਂ ਰਹਿੰਦੇ, ਫਿਰ ਉਹ ਛਾਲਾਂ ਮਾਰਦੇ ਆ, ਨਾ ਭੁੜਕਦੇ ਆ, ਬੜਾ ਕੁਛ ਹੁੰਦਾ, ਕਿਉਂਕਿ ਉਹਨਾਂ ਨੂੰ ਸਤਾਇਆ ਜਾਂਦਾ। ਐਗਜ਼ੈਕਟਲੀ। ਦੇਖੋ ਬਲਕਾਰ ਜੀ, ਜੀ ਜਦੋਂ ਕਿਸਾਨ ਅੰਦੋਲਨ ਹੋਇਆ ਹੈ, ਉਦੋਂ ਵੀ ਸਭ ਨੂੰ ਸੱਚਾਈ ਪਤਾ ਸੀ। ਸਹੀ ਗੱਲ, ਸਾਰਾ ਹਿੰਦੁਸਤਾਨ ਗਲਤ ਨਹੀਂ ਹੋ ਸਕਦਾ। ਹਾਂ ਬਿਲਕੁਲ। ਤੇ ਅੱਜ ਵੀ ਸਭ ਨੂੰ ਸੱਚਾਈ ਸਾਹਮਣੇ ਆ ਗਈ ਸੱਚਾਈ। ਹਾਂਜੀ, ਅੱਜ ਵੀ ਸਭ ਨੂੰ ਸੱਚਾਈ ਪਤਾ ਹੈ। ਜੀ ਜੀ ਜੀ, क्योंकि सारा हिंदुस्तान गलत नहीं हो सकता। हाँ, सच्चों उरे सबको ऊपर सच आचार, सच ਉੱਪਰ ਹੀ ਹੈ ਸਦਾ। ਸੱਚਾ ਸੱਚ ਤੋਂ ਉਰੇ ਕੁਝ ਨਹੀਂ ਹੁੰਦਾ, ਜਿਹੜਾ ਸੱਚ ਹੈ ਸਿਖਰਾਂ ਤੇ ਹੀ ਹੁੰਦਾ, ਤੇ ਸਿਖਰ ਤੇ ਬੈਠਾ ਹੁਣ ਇਹਦੇ ਦੇਖੋ ਕੀ ਹੁੰਦਾ। ਆਫਟਰ ਆਲ ਤਾਂ ਜਿਹੜਾ ਝੂਠ ਦਾ ਉਹਦਾ ਪਲੰਦਾ ਹੁੰਦਾ, ਇਹਦਾ ਤਾਂ ਕੁਛ ਨਾ ਕੁਛ ਇਹਦਾ ਨਾਸ਼ ਹੋ ਹੀ ਜਾਂਦਾ। ਕੁਦਰਤ ਹੈ, ਸੱਚ ਅੱਗੇ ਹੁੰਦਾ। ਹਾਂ, ਕੁਦਰਤ ਹੈ ਔਰ ਇਹ ਸਭ ਜਾਣਦੇ ਨੇ। ਔਰ ਜਿੰਨੀਆਂ ਮਰਜ਼ੀ ਗੱਲਾਂ ਕੀਤੀਆਂ ਜਾਣ, ਬਣਾਵਟੀ ਗੱਲਾਂ है ना, वो सच्चाई छुप नहीं सकती बनावट के असूलों से, कि खुशबू आ नहीं सकती कभी कागज़ के फूलों से। वो ਅਸੀਂ ਸਾਰੇ ਜਾਣਦੇ ਹਾਂ। ਹੁਣ ਦੇਖੋ ਕੁਦਰਤ ਕਿੱਦਾਂ ਇਨਸਾਫ ਕਰਦੀ ਹੈ, ਇਹ ਵੇਖਣ ਵਾਲੀ ਗੱਲ ਹੋਣੀ ਹੈ। ਅੱਗੇ ਆਪਾਂ ਚੱਲਦੇ ਹਾਂ ਜੀ। ਅੱਗੇ ਇਹ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਸਾਊਥ ਕੋਰੀਆ ਨੂੰ ਹਟਾ ਕੇ ਏਸ਼ੀਆ ਕੱਪ ਜਿੱਤਿਆ। ਦੇਖੋ ਕੁੜੀਆਂ, ਫਿਰ ਮੈਂ ਨਾਲ ਹੀ ਜੋੜਦਾ ਪਿਆ, ਉੱਥੇ ਕੁੜੀਆਂ ਜੰਤਰ ਮੰਤਰ ਤੇ ਬਾਕੀ ਧਰਨਾ ਪਹਿਲਵਾਨ ਕੁੜੀਆਂ, ਤੇ ਇੱਥੇ ਕੁੜੀਆਂ ਏਸ਼ੀਆ ਕੱਪ ਜਿੱਤ ਕੇ ਲੈ ਕੇ ਆਈਆਂ ਨੇ। ਤੁਸੀਂ ਬੜਾ ਮਿਲਦਾ ਜੁਲਦਾ ਜਿਹੜਾ ਇਹ ਲਿਆ ਮੁੱਦਾ, ਕਿਉਂਕਿ ਸਾਡੀ ਹਾਕੀ ਤਾਂ ਪਹਿਲਾਂ ਵੀ ਬਹੁਤ ਸਿਖਰ ਤੇ ਰਹੀ ਹੈ। ਬਿਲਕੁਲ ਰਹੀ ਹੈ ਪਾਕਿਸਤਾਨ ਦੀ, ਤੇ ਔਰ ਸਾਡੀ ਹਾਕੀ ਜ਼ਬਰਦਸਤ ਜਿਹੜੀ ਹਾਕੀ ਸੀ। ਔਰ ਖਾਸ ਤੌਰ 'ਤੇ ਸੰਸਾਰਪੁਰ ਪਿੰਡ ਜਿਹੜਾ ਇਹਨੂੰ, ਉੱਥੇ ਗੁੜਤੀ ਬੱਚਿਆਂ ਨੂੰ ਹਾਕੀ ਦੀ ਦਿੱਤੀ ਜਾਂਦੀ ਸੀ। ਜਦੋਂ ਵੀ ਜੰਮਦਾ ਬੱਚਾ ਉਹਨੂੰ ਹਾਕੀ, ਨਰਸਰੀ ਹੈ ਉਹ ਨਰਸਰੀ ਆ। ਔਰ ਉਹਦੇ ਵਿੱਚ ਸਾਡੇ ਇੱਥੋਂ ਕੁੜੀਆਂ ਰਾਜਵੀਰ, ਹੋਰ ਕੁੜੀਆਂ ਜਿਹੜੀਆਂ ਇੱਥੋਂ
ਹਾਕੀ ਦੀਆਂ ਬੜੀਆਂ ਵੱਡੀਆਂ ਪਲੇਅਰ ਰਹੀਆਂ, ਕੈਪਟਨ ਵੀ ਰਹੀਆਂ। ਔਰ ਜਲੰਧਰ ਦਾ ਹੀ ਜਿਹੜੇ ਪ੍ਰਗਟ ਸਿੰਘ ਨੇ ਉਹ ਹਾਕੀ ਦੇ ਕੈਪਟਨ ਰਹੇ ਆ ਔਰ ਰਾਜਨੀਤੀ 'ਚ ਤਾਂ ਬਾਅਦ 'ਚ ਆਏ ਆ। ਔਰ ਕ੍ਰਿਕਟ ਲਈ ਵੀ ਹਰਭਜਨ ਸਿੰਘ, ਸਾਡੇ ਖਿਡਾਰੀ ਪੰਜਾਬ ਦੇ ਵੀ ਬਹੁਤ ਹੈ, ਜੇ ਅਸੀਂ ਗਿਣੀਏ ਨਾ 1 ਬਾਈ 1 ਸਾਰਿਆਂ ਦੇ ਤਾਂ ਔਰ ਸਿਖਰਾਂ ਤੇ ਬੈਠੇ ਆ। ਜਿੰਨੇ ਸੀਨੀਅਰ ਬਲਬੀਰ ਸਿੰਘ ਹੋਣੀ, ਜਿੰਨੇ ਓਲੰਪੀਅਨ ਸਰਜੀਤ ਸਿੰਘ, ਜਿਨ੍ਹਾਂ ਦੇ ਨਾਂ ਅਸੀਂ ਲਵਾਂਗੇ, ਜਿਨ੍ਹਾਂ ਨੇ ਓਲੰਪਿਕ ਤੋਂ ਤਮਗੇ ਲੈਂਦੇ ਆ। ਔਰ ਧਿਆਨ ਚੰਦ ਵਰਗੇ ਪੈਰਲਲ ਉਹ ਖੇਡਦੇ ਰਹੇ, ਉਸੇ ਟੀਮ 'ਚ ਰਹੇ ਆ। ਔਰ ਅੱਜ ਜਿਹੜਾ ਨਵੀਂ ਖਬਰ ਆਈ ਆ ਕਿ ਏਸ਼ੀਅਨ ਕੱਪ ਜਿਹੜਾ ਸੀਗਾ ਉਹਦੇ 'ਚ ਜੇਤੂ ਕਰਾਰ ਦਿੱਤੀ ਗਈ ਆ ਮਹਿਲਾ ਟੀਮ ਜਿਹੜੀ ਹਾਕੀ ਦੀ ਜੂਨੀਅਰ, ਔਰ ਉਹਨਾਂ ਨੇ ਹੱਕ ਲੈ ਲਿਆ, ਜਿਤਾ ਲਿਆ ਆਪਣੇ, ਔਰ ਸਾਊਥ ਕੋਰੀਆ ਦੀ ਟੀਮ ਨੂੰ ਹਰਾ ਦਿੱਤਾ ਉਹਨਾਂ ਨੇ। ਔਰ ਸਾਡੇ ਖਾਸ ਤੌਰ 'ਤੇ ਜਿਹੜੀਆਂ ਕੁੜੀਆਂ ਇੱਥੇ ਖੇਡਦੀਆਂ ਕ੍ਰਿਕਟ 'ਚ ਵੀ ਬਹੁਤ ਅੱਗੇ ਗਈਆਂ। ਅਮਰੀਕਾ 'ਚ ਇੱਕ ਵਾਰੀ ਆਪਾਂ ਜ਼ਿਕਰ ਕੀਤਾ ਸੀ, ਅਮਰੀਕਾ 'ਚ ਕ੍ਰਿਕਟ ਦਾ ਵੀ ਉੱਥੇ ਸ਼ੌਕ ਦੁਬਾਰਾ ਜਾਗ ਪਿਆ ਔਰ ਉਹਦੇ ਵਿੱਚ ਬਹੁਤ ਜਿਹੜੀਆਂ ਕ੍ਰਿਕਟ ਖੇਡਣ ਵਾਲੀਆਂ ਕੈਪਟਨ ਪੰਜਾਬ ਦੀਆਂ ਕੁੜੀਆਂ ਹੈਗੀਆਂ ਅਮਰੀਕਾ 'ਚ ਬੈਠੀਆਂ। ਉੱਥੇ ਟੀਮ ਬਣ ਰਹੀ ਹੈ ਸਿਐਟਲ ਦੇ ਏਰੀਆ 'ਚ, ਬਾਕੀ 'ਚ ਸਟੇਡੀਅਮ ਬਣ ਚੁੱਕੇ ਆ ਔਰ ਪੈਸਾ ਆ ਰਿਹਾ ਉੱਥੇ ਧੜਾ ਧੜ, ਔਰ ਉੱਥੇ ਟੀਮ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਅਮਰੀਕਾ ਕੈਨੇਡਾ ਜਿਹੜੇ ਸੀ ਇਹਦੇ 'ਚ ਆਪਣੇ ਹਾਕੀ 'ਚ ਤਾਂ ਅੱਗੇ ਸੀਗੇ, ਕ੍ਰਿਕਟ 'ਚ ਥੋੜ੍ਹਾ ਜਿਹਾ ਜ਼ਿਆਦਾ ਨਹੀਂ ਸੀ ਅੱਗੇ, ਜਿਮਨਾਸਟਿਕਸ 'ਚ ਅੱਗੇ ਸੀਗੇ। ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਖਿਡਾਰੀਆਂ ਦੇ ਨਾਲ ਜੁੜਦੀਆਂ ਨੇ ਔਰ ਖਿਡਾਰੀ ਹੀ ਰੌਸ਼ਨ ਕਰਦੇ ਆ ਦੇਸ਼ ਦਾ ਨਾਂ। ਔਰ ਸਭ ਤੋਂ ਮੂਹਰਲੀ ਕਤਾਰ 'ਚ ਹਰ ਜਗ੍ਹਾ ਹੀ ਪੰਜਾਬੀ ਉਹ ਬੈਠਦੇ ਆ। ਇਹ ਅਸੀਂ ਖਾਸ ਇਹ ਨਹੀਂ ਕਿ ਹੈਗੇ ਕਿ ਅਸੀਂ ਪੰਜਾਬ ਦੇ ਵਸਨੀਕ ਹਾਂ। ਜੇ ਇਤਿਹਾਸ ਨੂੰ ਫਰੋਲੀਏ, ਜੇ ਖਿਡਾਰੀਆਂ ਦੀਆਂ ਸ਼ਖਸੀਅਤਾਂ ਨੂੰ ਜਾਣੀਏ ਤਾਂ ਉਹਨਾਂ ਦੇ ਬਾਰੇ ਪਤਾ ਕੀਤਾ ਜਾਵੇ ਤਾਂ ਸਭ ਤੋਂ ਅੱਗੇ ਪੰਜਾਬ ਹੀ ਰਿਹਾ। ਔਰ ਪੰਜਾਬ ਦੇ ਵੇਖੋ ਕ੍ਰਿਕਟ 'ਚ ਵੀ ਅੱਗੇ ਰਹੇ ਆ, ਕ੍ਰਿਕਟ ਦੇ ਮੁੰਡੇ ਜਿੰਨੇ ਖੇਡੇ ਜੂਨੀਅਰ ਸੀਨੀਅਰ ਦੇ ਵਿੱਚ ਵੀ ਅੱਗੇ ਰਹੇ ਆ, ਹੁਣ ਵੀ ਰਹਿਣਗੇ। ਔਰ ਆਹ ਜਿਹੜੀ ਖਬਰ ਨਵੀਂ ਆ ਇਹਦੇ ਵਿੱਚ ਕਹਿ ਦਿੱਤਾ ਇਹਨਾਂ ਨੇ ਕਿ ਬਾਕੀ ਟੀਮਾਂ ਨੂੰ ਇਹਨਾਂ ਨੇ ਪਿੱਛੇ ਪਛਾੜ ਕੇ ਆਪ ਅੱਗੇ ਆ ਗਈਆਂ ਕੁੜੀਆਂ। ਔਰ ਵੇਖੋ ਕੱਪ ਲੈਣਾ ਔਰ ਫਾਈਨਲ 'ਚ ਪਹੁੰਚਣਾ, ਕੁਆਟਰ ਫਾਈਨਲ ਤੋਂ ਫਾਈਨਲ 'ਚ ਪਹੁੰਚਣਾ, ਸੈਮੀਫਾਈਨਲ ਤੋਂ ਫਾਈਨਲ 'ਚ ਪਹੁੰਚਣਾ ਬਹੁਤ ਵੱਡੀ ਗੱਲ ਹੁੰਦੀ ਆ। ਔਰ ਪੂਰੀ ਦੁਨੀਆ ਦੇ ਸਾਹਮਣੇ ਪ੍ਰਦਰਸ਼ਨ ਕਰਨਾ, ਗਰਾਊਂਡ 'ਚ ਖੇਡਣਾ ਔਰ ਬੜਾ ਜੋਸ਼ੀਲਾਪਨ ਔਰ ਬੜਾ ਵੱਡਾ ਦਮ ਦੀ ਗੱਲ। ਮੈਂ ਇਹੀ ਗੱਲ ਕਹਿ ਰਿਹਾ ਜੀ, ਇੰਨੀ ਮਿਹਨਤ ਖੂਨ ਪਸੀਨਾ ਇੱਕ ਕਰਕੇ ਫਿਰ ਜਾ ਕੇ ਇਹ ਚੀਜ਼ ਮਿਲਦੀ ਹੈ, ਖੁਰਾਕ ਵੀ ਜ਼ਿਆਦਾ, ਡਾਈਟ ਵੀ ਜ਼ਿਆਦਾ, ਫਿਰ ਇਹ ਏਸ਼ੀਆ ਕੱਪ ਜਿੱਤਿਆ ਜਾਂਦਾ ਹੈ। ਔਰ ਪਹਿਲਵਾਨਾਂ ਨੇ ਇਸੇ ਤਰ੍ਹਾਂ ਜਿੱਤਿਆ। ਔਰ ਬ੍ਰਿਜ ਭੂਸ਼ਣ ਜੀ ਕੀ ਕਹਿ ਰਹੇ ਨੇ 15-15 ਰੁਪਏ ਦੇ ਮੈਡਲ। ਬੜੀ ਹਾਸੇ ਹੋਣੀ ਗੱਲ, ਬਹੁਤ ਹਾਸੇ ਹੋਣੀ। ਦੱਸੋ ਇਹ ਮੈਡਲ, ਇਹ ਕੱਪ, ਹੁਣ ਕੱਪ ਦੀ ਤਾਂ ਗੱਲ ਆਪਾਂ ਨਹੀਂ ਜੋੜਾਂਗੇ ਵਿੱਚ ਕਿਉਂਕਿ ਉਹ ਤਾਂ ਬਿਲਕੁਲ ਅਲੱਗ ਮੈਟਰ ਹੈ, ਲੇਕਿਨ ਪਹਿਲਵਾਨਾਂ ਦੇ ਮੈਡਲਸ ਬਾਰੇ ਬ੍ਰਿਜ ਭੂਸ਼ਣ ਜੀ ਨੇ ਕਿਹਾ 15 ਰੁਪਏ ਦਾ ਮੈਡਲ। ਇਹ 15 ਰੁਪਏ ਦਾ ਮੈਡਲ ਨਹੀਂ ਹੈ, ਇਹ ਦੇਸ਼ ਦਾ ਸਨਮਾਨ ਹੈ। ਇਹਦਾ ਮਤਲਬ ਤੁਸੀਂ ਰਿਸਪੈਕਟ ਨਹੀਂ ਕਰਦੇ ਹੋ, ਇੱਜ਼ਤ ਨਹੀਂ ਕਰਦੇ ਹੋ। ਸੋ ਇਹ ਗੱਲਾਂ ਨੇ ਨਾ ਜਿਹੜੀਆਂ ਇਹ ਬੜੀਆਂ ਚੁਭਵੀਆਂ ਗੱਲਾਂ ਨੇ ਔਰ ਇਹ ਮਤਲਬ ਐਕਸੈਪਟੇਬਲ ਨਹੀਂ ਹੈਗਾ, ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਕਿ ਤੁਸੀਂ ਦੇਸ਼ ਦੇ ਬਾਰੇ ਔਰ ਪਹਿਲਵਾਨਾਂ ਦੀ ਮਿਹਨਤ ਦੇ ਬਾਰੇ ਇਦਾਂ ਦੀ ਗੱਲ ਕਹੋ ਔਰ ਮੈਡਲ ਨੂੰ 15 ਰੁਪਏ ਦਾ ਮੈਡਲ ਕਹੋ। ਸੋ ਇਹ ਗੱਲ ਐਕਸੈਪਟੇਬਲ ਨਹੀਂ ਹੈ। ਸੋ ਆਪਾਂ ਅੱਗੇ ਚੱਲਦੇ ਹਾਂ। ਮੈਂ ਵੀ ਸੋਚਦਾ ਆਪਾਂ ਕੁਝ ਸਪੋਰਟਸ ਕਰਿਆ ਕਰੀਏ। ਬਲਕਾਰ ਜੀ ਤੁਸੀਂ ਵੀ ਇੱਕ ਸਾਈਕਲ ਲਵੋ ਤੇ ਮੈਨੂੰ ਵੀ ਗਿਫਟ ਕਰ ਦਿਓ ਨਵਾਂ ਸਾਈਕਲ। ਮੇਰੇ ਤੋਂ ਤਾਂ ਹੈਗਾ ਵਾ ਤੇ ਮੈਨੂੰ ਗਿਫਟ ਕਰੋ ਫਿਰ। ਚਲਾਉਂਦਾ ਵੀ ਰਿਹਾ ਸਾਈਕਲ ਔਰ ਕਿਤੇ ਕਿਤੇ ਜਦੋਂ ਹਵਾ ਵੀ ਆ ਮੈਂ ਉਹ ਪੰਪ ਹਵਾ ਭਰਨ ਵਾਲਾ ਵੀ ਰੱਖਿਆ ਔਰ ਇਹਦੇ ਨਾਲ ਤੁਹਾਡੀ ਬਾਡੀ ਦੀ ਮੂਵਮੈਂਟ ਹੁੰਦੀ ਸਾਰੀ, ਤੁਹਾਡੇ ਹੁਣ ਜੋੜ ਵੀ ਘੁੰਮਦੇ ਆ, ਸਾਰੀ ਬਾਡੀ ਮੂਵਮੈਂਟ ਕਰਦੀ ਹੈ, ਹਾਰਟ ਵੀ ਕੰਮ ਕਰਦਾ। ਬਿਲਕੁਲ। ਤੇ ਹੁਣ ਤੁਸੀਂ ਮੈਨੂੰ ਇੱਕ ਸਾਈਕਲ ਗਿਫਟ ਕਰਨਾ। ਜ਼ਰੂਰ ਜਦੋਂ ਮਰਜ਼ੀ ਲਓ। ਤੇ ਉਹਦਾ ਕਾਰਨ ਵੀ ਮੈਂ ਦੱਸਦਾ ਪਿਆ ਕਿ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਹੋ ਗਏ ਨੇ ਮਹਿੰਗੇ। ਹੁਣ ਆਪਾਂ ਗੱਡੀਆਂ ਬਾਈਕਾਂ ਖੜੀਆਂ ਕਰ ਦੇਣੀਆਂ ਨੇ, ਹੁਣ ਸਾਈਕਲ ਤੇ ਹੀ ਆਇਆ ਜਾਇਆ ਕਰਾਂਗੇ। ਤੇ ਇਹ ਹੁਣ ਦੱਸੋ ਕਿਤੇ ਕੀ ਕੀਤਾ ਜਾਏ, ਸਭ ਨੂੰ ਸਾਈਕਲ ਲੈ ਦੇਈਏ? ਇਹ ਸਾਲ 'ਚ ਦੂਜੀ ਵਾਰੀ ਹੋ ਗਿਆ ਜਦੋਂ ਪੈਟਰੋਲ ਡੀਜ਼ਲ ਇਕੱਠੇ ਹੀ ਮਹਿੰਗੇ ਹੋ ਗਿਆ। ਹੁਣ ਜੇ ਅਸੀਂ ਗੱਲ ਕਰੀਏ, ਜੇ ਇਹ ਦੋਸ਼ ਮੜੀਏ ਸੈਂਟਰ ਤੇ ਜਾਂ ਬਾਹਰ, ਉਹਨਾਂ ਦਾ ਨਹੀਂ ਕਸੂਰ, ਜਾਂ ਅਸੀਂ ਵਿਸ਼ਵ ਮਾਰਕੀਟ ਦੀ ਗੱਲ ਕਰੀਏ ਉਹਨਾਂ ਦਾ ਨਹੀਂ, ਉਹਨਾਂ ਦਾ ਤਾਂ ਆਲਰੇਡੀ ਹੈਗਾ। ਇਹ ਵੈਟ ਦਾ ਟੈਕਸ ਜਿਹੜਾ ਉਹ ਵਧਾ ਦਿੱਤਾ, ਉਹ 98 ਪੈਸੇ ਇੱਕ ਹੋ ਗਿਆ, ਇੱਕ 92 ਪੈਸੇ ਹੋ ਗਿਆ ਰੇਟ, ਉਹ ਵਧਾ ਕੇ 100 ਦੇ ਨੇੜੇ ਲੈਂਦਾ ਲੀਟਰ। ਔਰ ਦੇਖ ਲਓ 100 ਰੁਪਏ ਦਾ ਲੀਟਰ ਗਰੀਬ ਆਦਮੀ ਕਿੱਥੋਂ ਪਵਾ ਲੂਗਾ, ਦੂਜਾ ਕੌਣ ਪਵਾ ਲੂਗਾ। ਔਰ ਤੁਹਾਡੀ ਗੱਲ ਸਹੀ ਹੈ ਕਿ ਸਾਰੇ ਬੰਦੇ, ਜਦੋਂ ਕਿ ਇਹਦਾ ਗੈਪ ਬਹੁਤ ਹੁੰਦਾ ਸੀ, 40-45 ਨੂੰ ਡੀਜ਼ਲ ਹੁੰਦਾ ਸੀਗਾ ਤੇ ਅੱਗੇ ਤੁਸੀਂ 15 ਰੁਪਏ ਅੱਗੇ ਲਾ ਲਓ, ਉਹ ਪੈਟਰੋਲ ਹੁੰਦਾ ਸੀ। ਹੁਣ ਜਿਹੜਾ ਡੀਜ਼ਲ ਵੀ ਇੰਨਾ ਕਰਮਵਾਰ ਵੱਧ ਗਿਆ, ਇੱਥੋਂ ਤੱਕ ਵੱਧ ਗਿਆ ਕਿ ਇਹ ਵੀ ਪੈਟਰੋਲ ਦੇ ਨੇੜੇ ਪਹੁੰਚ ਗਿਆ। ਔਰ ਉਹਦੇ ਵਿੱਚ ਹਰਿਆਣਾ ਜਿਹੜਾ ਤਾਂ ਰਾਜਸਥਾਨ ਆ, ਰਾਜਸਥਾਨ ਤਾਂ ਸਾਡੇ ਤੋਂ ਪਿੱਛੇ ਹੋਊਗਾ, ਹਰਿਆਣਾ ਜਿਹੜਾ ਹੈਗਾ ਉਹਦੇ 'ਚ ਥੋੜ੍ਹਾ ਸਾਡੇ ਨੂੰ ਫਿਰ ਵੀ ਮਹਿੰਗਾ ਹੈਗਾ। ਔਰ ਇਹ ਜਿਹੜਾ ਹੁਣ ਜਿਹੜੀਆਂ ਸਾਡੀਆਂ ਪਾਰਟੀਆਂ ਨੇ ਆਪੋਜੀਸ਼ਨ, ਜਿਹੜੀਆਂ ਰਾਜਨੀਤਿਕ ਪਾਰਟੀਆਂ, ਉਹਨਾਂ ਨੇ ਬਹੁਤ ਵੱਡਾ ਇਹਦੇ 'ਤੇ ਰੋਸ ਪ੍ਰਗਟਾਇਆ। ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੀ ਵੱਡੀ ਮਾਰ ਹੈ ਮਹਿੰਗਾਈ ਦੀ, ਉਹਨੂੰ ਤਾਂ ਪਹਿਲਾਂ ਚੱਲ ਨਹੀਂ ਰਹੇ ਲੋਕ, ਉਹ ਤੀਜੀ ਮਾਰ ਫਿਰ ਆਂਦੇ ਉਹਨਾਂ ਦੇ ਸਿਰ 'ਤੇ ਲਾ ਦਿੱਤੀ ਉਹਨਾਂ ਨੇ। ਔਰ ਆਂਦੇ ਇਹਨਾਂ ਨੂੰ ਨਹੀਂ ਪਤਾ, ਇਹ ਆਂਦੇ ਪਿੰਡ ਦੇ ਵਸਨੀਕ ਆ, ਇਹਨਾਂ ਨੂੰ ਨਹੀਂ ਪਤਾ ਮਹਿੰਗਾਈ ਕੀ ਹੁੰਦੀ, ਪੈਟਰੋਲ ਕਿੱਦਾਂ ਪਾਲਿਆ ਜਾਂਦਾ।
ਔਰ ਜੱਟਾਂ ਦੇ ਜਿਹੜੇ ਇੰਜਨ ਚੱਲਦੇ ਆ ਉਹਨਾਂ 'ਚ ਡੀਜ਼ਲ ਬਲਦਾ ਵਾ, ਲਾਈਟ ਬਿਲਕੁਲ ਘੱਟ ਨਹੀਂ ਆ ਰਹੀ। ਲਾਈਟ ਦੇ ਕੱਟ ਤੁਸੀਂ ਐਡੇ ਲਾ ਰਹੇ ਜੇ। ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਗੱਲ ਜਿਹੜੀ ਹੈ ਬੜੀ ਖੁਸ਼ੋਹੀਣੀ ਗੱਲ ਹੈ। ਔਰ ਜਿਹੜੀ ਤੁਸੀਂ ਜੇ ਟੈਕਸ ਵਧਾਉਣਾ ਕਿਸੇ ਹੋਰ ਚੀਜ਼ 'ਤੇ ਵਧਾ ਲਓ, ਜਿਹੜੀ ਰੋਜ਼ਮਰਾ ਦੀ ਗੱਲ ਹੈ, ਰੋਜ਼ ਸਕੂਟਰ, ਮੋਟਰਸਾਈਕਲ, ਕਾਰਾਂ ਤਾਂ ਚੱਲਣੀਆਂ ਹੀ ਆ। ਐਮਰਜੈਂਸੀ ਦੀ ਕੋਈ ਬਿਮਾਰ ਆ, ਕੋਈ ਐਂਬੂਲੈਂਸ 'ਤੇ ਆ ਰਿਹਾ, ਉਹਦੇ ਲਈ ਇਹ ਤੇ ਚੀਜ਼ਾਂ ਜਿਹੜੀਆਂ ਰੋਜ਼ ਦੀ ਦਿਹਾੜੀ ਦੀਆਂ ਜਿਹੜੀਆਂ ਸਹੂਲਤਾਂ ਨੇ ਉਹਨੂੰ ਇਹਨਾਂ ਨੇ ਬਹੁਤ ਬੁਰੇ ਤਰੀਕੇ ਨਾਲ ਰੋਕ ਲਾ ਦਿੱਤੀ ਹੈ। ਇਹਦੇ 'ਤੇ ਇੱਕ ਵੱਡਾ ਬੋਝ ਆ ਸਾਰੇ ਨਾਗਰਿਕਾਂ 'ਤੇ। ਆਪੋਜੀਸ਼ਨ ਠੀਕ ਕਹਿ ਰਹੀ ਹੈ ਔਰ ਉਹਦੇ ਵਿੱਚ ਲੋਕ ਤਾਂ ਅੱਗੇ ਹੀ ਖਫਾ ਨੇ। ਲੋਕਾਂ ਦੀ ਆਵਾਜ਼ ਤਾਂ ਇਹਨੇ ਸੁਣਨੀ ਨਹੀਂ ਔਰ ਆਪੋਜੀਸ਼ਨ ਦੀ ਆਵਾਜ਼ ਤਾਂ ਦੂਰ ਤੱਕ ਜਾਂਦੀ, ਉਹਨਾਂ ਦੀ ਗੂੰਜ ਜਾਂਦੀ ਹੈ ਔਰ ਗੱਲ ਤਾਂ ਗਲਤ ਹੈਗੀ ਹੈ। ਤੀਜੇ ਪਾਸੇ ਜਿਹੜਾ ਹੈਗਾ ਸਾਡਾ ਗੈਸ ਸਿਲੰਡਰ ਜਿਹੜੇ ਹੈਗੇ ਘਰੇਲੂ ਗੈਸ, ਉਹਦੇ ਸਿਲੰਡਰ ਵੀ ਬਹੁਤ ਮਹਿੰਗੇ ਹੋ ਗਏ। 1000 ਤੋਂ ਉੱਪਰ ਤਾਂ ਪਹਿਲੋਂ ਆ ਰਿਹਾ, ਉਹ 1100 ਦੇ ਕਰੀਬ ਤਾਂ ਉਹ ਸਿਲੰਡਰ ਹੈਗਾ ਔਰ ਉਹਦੇ 'ਤੇ ਇੰਨੀ ਮਹਿੰਗਾਈ ਹੈਗੀ। ਜਿਹੜਾ ਬੰਦਾ 500 ਰੁਪਏ ਦੀ ਦਿਹਾੜੀ ਕਰਦਾ, ਦੁੱਧ ਕਿੰਨੇ ਦਾ ਲਿਆਊਗਾ? ਮੁੜ ਕੇ ਸਾਈਕਲ 'ਤੇ ਚੜ੍ਹ ਕੇ ਬਾਹਰ ਜਾਊਗਾ, ਕੰਮ 'ਤੇ ਜਾਊਗਾ, ਫਿਰ ਚੀਨੀ ਕਿੰਨੇ ਦੀ ਲਿਆਊਗਾ? ਉਹਨੂੰ ਚਾਹ ਪਾਣੀ ਨਸੀਬ ਨਹੀਂ ਹੁੰਦੀ। ਵਿਚਾਰਾ ਉੱਥੇ ਜਿੱਥੇ ਦਿਹਾੜੀ ਕਰਦਾ ਉਹ ਚਾਹ ਪਿਆਉਣਗੇ, ਉੱਥੇ ਬਿਸਕੁਟ ਖਾ ਲੂਗਾ, ਉੱਥੇ ਚਾਹ ਪੀ ਲੂ, ਤੇ ਬੱਚੇ ਕੀ ਕਰਨਗੇ? ਉਹਦੀ ਘਰ ਵਾਲੀ ਵਿਚਾਰੀ ਕੀ ਕਰੂਗਾ? ਉਹ ਆਟਾ ਕਿੱਥੋਂ ਲਿਆ ਕੇ ਰੋਟੀ ਬਣਾਉਗੀ? ਚਲੋ ਇਹ ਤਾਂ ਸੈਂਟਰ ਦੇ ਰਹੀ ਆ, ਦਾਣਾ ਪੱਕਾ ਦੇ ਰਹੀ ਆ, ਆਟੇ ਨੂੰ ਰੋਟੀ ਤੇ ਬਣਦੀ ਹੈ। ਚਾਹ ਲਈ ਚਾਹ ਤਾਂ ਨਹੀਂ ਗੌਰਮੈਂਟ ਨੇ ਦੇਣੀ, ਬਿਲਕੁਲ ਦੁੱਧ ਤਾਂ ਗੌਰਮੈਂਟ ਨੇ ਨਹੀਂ ਦੇਣਾ, ਪੈਟਰੋਲ ਗੌਰਮੈਂਟ ਨੇ ਨਹੀਂ ਦੇਣਾ। ਤੇ ਗੌਰਮੈਂਟ ਕੀ ਕਰ ਰਹੀ ਹੈ? ਇਹ ਬਿਲਕੁਲ ਬੜਾ ਮਾੜਾ ਡਿਸੀਜਨ। ਦੇਖੋ, ਭੋਜਨ ਤਾਂ ਚਲੋ ਗਰੀਬਾਂ ਨੂੰ ਜਿਹੜਾ ਭੋਜਨ ਦਿੱਤਾ ਜਾਂਦਾ ਮੁਫਤ ਉਹਦੇ 'ਚ ਹੋ ਗਿਆ। ਹੁਣ ਇਹ ਕੀ ਕਰੀਏ? ਪੈਟਰੋਲ ਦਾ ਕੀ ਕਰੀਏ? ਹੋਰ ਬਾਕੀ ਵਸਤਾਂ ਦਾ ਕਰੀਏ? ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹਨਾਂ ਦਾ ਕੀ ਕਰੀਏ? ਇਹ ਜਦੋਂ ਦੀ GST ਦੀ ਗੇਮ ਆਈ ਹੈ, ਇਹ ਸਭ ਕੁਝ ਹੀ ਹਿੱਲਿਆ ਪਿਆ। ਹਿੱਲਿਆ ਪਿਆ ਵਾਕਈ। ਔਰ ਇਹ ਹੁਣ ਕਿਸ ਪਾਸੇ ਬੈਠਦਾ ਇਹ ਕੁਝ ਕਹਿ ਨਹੀਂ ਸਕਦੇ। ਕਈ ਵਾਰ ਉੱਤੇ ਤੇ ਕਈ ਵਾਰ ਥੱਲੇ ਇਹ ਸਾਰੇ ਰੇਟਸ ਚੱਲਦੇ ਰਹਿੰਦੇ ਨੇ। ਹੁਣ ਸ਼ਾਇਦ 2024 ਦੀਆਂ ਇਲੈਕਸ਼ਨਸ ਜਿਹੜੀਆਂ ਆ ਰਹੀਆਂ ਨੇ, ਖੈਰ ਇਹ ਤਾਂ ਪੰਜਾਬ ਦਾ ਮਾਮਲਾ, ਸੈਂਟਰ ਦਾ ਮਾਮਲਾ ਤੇ ਹੈ ਹੀ ਨਹੀਂ ਨਾ, ਪੰਜਾਬ ਦਾ ਮਾਮਲਾ ਹੈ। GST ਵੈਟ ਲੱਗਾ ਹੋਇਆ ਜਿਹੜਾ, ਉਹਦੀ ਪ੍ਰੋਬਲਮ ਹੈਗੀ ਆ। ਸੋ ਦੇਖੋ ਕੀ ਕਰਦੇ ਨੇ, ਕਿਉਂਕਿ ਖਜ਼ਾਨੇ ਖਾਲੀ ਔਰ ਬਿਜਲੀ ਫ੍ਰੀ ਔਰ ਬਿਜਲੀ ਮਹਿਕਮੇ ਦਾ ਬੁਰਾ ਹਾਲ। ਔਰ ਹੁਣ ਪੈਸਾ ਕਿੱਥੋਂ ਆਵੇ ਸੂਬਾ ਚਲਾਉਣ ਵਾਸਤੇ? ਹੁਣ ਇਦਾਂ ਹੀ ਪੈਸਾ ਇਕੱਠਾ ਕੀਤਾ ਜਾਣਾ। ਜਿਹੜਾ ਅਸੀਂ ਕਰਜ਼ਾ ਲੈਂਦੇ ਆ ਉਹਦੇ ਉੱਤੇ ਵੀ ਸੈਂਟਰ ਗਵਰਨਮੈਂਟ ਵੱਲੋਂ ਇੱਕ ਸੀਲਿੰਗ ਲੱਗ ਗਈ ਹੈ। ਇਸ ਤੋਂ ਬਾਅਦ ਅਸੀਂ ਕਰਜ਼ਾ ਲੈ ਨਹੀਂ ਸਕਦੇ। ਹਜ਼ਾਰਾਂ ਕਰੋੜ ਦਾ ਪਹਿਲਾਂ ਦਾ ਕਰਜ਼ਾ ਹੈ, ਉਹ ਲਾਉਣਾ ਕਿਹਨੇ ਹੈ? ਉਹਦੀਆਂ ਕਿਸ਼ਤਾਂ ਕਿਵੇਂ ਦੇਣੀਆਂ ਨੇ? ਇਹ ਸਾਰੇ ਤਮਾਮ ਮਤਲਬ ਕਹਿੰਦੇ ਆ ਕਿ ਸਾਡੀਆਂ ਨਾ ਪੰਜਾਬੀਆਂ ਦੀਆਂ ਬੋਦੀਆਂ ਬੰਨੀਆਂ ਪਈਆਂ ਨੇ ਚਾਰੋਂ ਪਾਸਿਓਂ, ਸਾਨੂੰ ਰੱਸਿਆਂ ਨਾਲ ਨੂੜਿਆ ਹੋਇਆ, ਪੀੜਿਆ ਹੋਇਆ ਕਿ ਨਿਕਲੋ ਹੁਣ, ਕਿੱਦਾਂ ਨਿਕਲ ਕੇ ਦਿਖਾਉਂਦੇ ਹੋ। ਇਸੇ ਕਰਕੇ ਮੁੰਡੇ ਬਾਹਰ ਜਾ ਰਹੇ ਆ, ਇਸੇ ਕਰਕੇ ਬਾਹਰਲੇ ਦੇਸ਼ਾਂ 'ਚ ਬੈਠ ਕੇ ਜਾ ਕੇ ਨੌਜਵਾਨੀ ਜਿਹੜੀ ਸਾਡੀ ਹੈ ਇੱਥੋਂ ਚਲੇ ਗਈ ਹੈ। ਨੌਜਵਾਨ ਤਕਰੀਬਨ ਚਲੇ ਗਏ। ਜਿਸ ਦੇਸ਼ ਦੇ ਨੌਜਵਾਨ ਨਹੀਂ ਰਹਿਣਗੇ, ਜਿਨ੍ਹਾਂ ਨੇ ਆਪਣੀ એનર્ਜੀ ਨਾਲ, ਜਿਨ੍ਹਾਂ ਨੇ ਆਪਣੇ ਤਰੀਕੇ ਨਾਲ, ਸਟਾਈਲ ਨਾਲ ਕੰਮ ਕਰਕੇ ਉਸ ਸੂਬੇ ਦਾ ਮੂੰਹ ਮੁਹਾਂਦਰਾ ਡੋਲਣਾ, ਵਧੀਆ ਤਰੀਕੇ ਨਾਲ ਬਣਾਉਣਾ, ਉਹੀ ਬੱਚੇ ਇੱਥੇ ਨਹੀਂ ਹੈਗੇ। ਤੇ ਫਿਰ ਬੁੱਢਿਆਂ ਨੇ ਕੀ ਕਰਨਾ? ਬੁੱਢੇ ਤੇ ਉੱਠ ਕੇ ਗਲਾਸ ਪਾਣੀ ਦਾ ਹੀ ਨਹੀਂ ਫੜ ਸਕਦੇ, ਜਿਹੜਾ ਬੱਤੀ ਜਗਦੀ ਸਵਿੱਚ ਹੀ ਬੰਦ ਨਹੀਂ ਕਰ ਸਕਦੇ। ਉੱਠਣਾ ਔਖਾ ਹੁੰਦਾ ਬਜ਼ੁਰਗਾਂ ਲਈ, ਖਾਸ ਕਰਕੇ ਠੰਡ ਦੇ ਦਿਨਾਂ ਵਿੱਚ। ਔਰ ਬਜ਼ੁਰਗ ਇੱਥੇ ਕੁਝ ਮਾਈਗ੍ਰੇਟਰੀ ਲੇਬਰ ਜਿਹੜੀ ਇੱਥੇ ਆ ਕੇ ਬਜ਼ੁਰਗਾਂ ਨੂੰ ਵੀ ਮਾਰੀ ਜਾਂਦੀ ਹੈ। ਜਿਹੜੇ ਵਿਚਾਰੇ ਬਜ਼ੁਰਗ ਇਕੱਲੇ ਆ, ਮੁੰਡੇ ਬਾਹਰ ਬੈਠੇ ਆ। ਕਈ ਇਸ ਤਰ੍ਹਾਂ ਦੇ ਪੰਜਾਬ 'ਚ ਹਾਦਸੇ ਹੋਏ ਆ। ਮਾਈਗ੍ਰੇਟਰੀ ਲੇਬਰ ਜਿਹੜੀ ਆ ਉਹਨਾਂ ਦਾ ਭੇਦ ਲੈ ਕੇ ਸਮਾਨ ਲੈ ਜਾਂਦੇ ਆ, ਉਹ ਤੋਂ ਬਾਅਦ ਮਾਰ ਕੇ ਭੱਜ ਜਾਂਦੇ ਆ। ਬਿਲਕੁਲ, ਜਿਹਨੂੰ ਆਪਾਂ ਕਹਿੰਦੇ ਆ ਨਾ ਬੋਦੇ ਬੱਜੇ ਪਏ ਨੇ ਸਾਡੇ, ਉਹੀ ਗੱਲ। ਔਰ ਕਈ ਵਾਰ ਕੀ ਹੁੰਦਾ ਕਿ ਇਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਜਦੋਂ ਬਾਹਰੋਂ ਆਉਣ ਵਾਲੇ ਪੰਜਾਬ ਦੇ ਵਿੱਚ ਸਥਾਪਿਤ ਹੁੰਦੇ ਨੇ, ਉਹ ਕਹਿੰਦੇ ਨੇ ਕਿ ਅਸੀਂ ਇੱਥੇ ਪੰਜਾਬੀਆਂ ਨੂੰ ਰਹਿਣ ਨਹੀਂ ਦੇਣਾ। ਪੰਜਾਬ ਦੇ ਵਿੱਚ ਹੁਣ ਸਾਡਾ ਆਪਣਾ ਪੰਜਾਬ ਦਬਦਬਾ ਚੱਲਦਾ ਹੈ। ਸੋ ਇੱਥੋਂ ਤੱਕ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਨੇ। ਇਹ ਪੰਜਾਬ ਦੀ ਨੌਜਵਾਨੀ ਬਾਹਰ ਚਲੀ ਗਈ। ਹੁਣ ਪੰਜਾਬ ਕਿਹਦੇ ਸਹਾਰੇ ਹੈ, ਇਹ ਦੇਖਣਾ ਪੈਣਾ। ਅੱਗੇ ਵਧੀਏ ਆਪਾਂ ਜੀ। ਅਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਿਹੰਗ ਓਲੰਪੀਅਨ ਦੀ ਸ਼ੁਰੂਆਤ, ਇਹ ਵੀ ਵੱਡੀ ਗੱਲ ਹੈ। ਖੇਡਾਂ ਹੋਣ ਜਾ ਰਹੀਆਂ ਨੇ। ਇਹ ਜਿਹੜਾ ਹੁਣੇ ਬਿਆਨ ਆਇਆ, ਜਿਹੜੇ ਮੰਤਰੀ ਨੇ ਸੈਰ ਸਪਾਟਾ ਤੇ ਕਲਚਰਲ ਮੰਤਰੀ ਨੇ, ਸੱਭਿਆਚਾਰਕ ਮੰਤਰੀ ਅਨਮੋਲ ਗਗਨ, ਉਹਨਾਂ ਨੇ ਕਿਹਾ ਕਿ ਵਿਰਾਸਤੀ ਮੇਲੇ ਲੱਗਣਗੇ ਪੰਜਾਬ ਵਿੱਚ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੁਕਤਸਰ ਦੀ ਮਾਘੀ ਜਿਹੜੀ ਰਿਲੀਜੀਅਸ ਜਾਂ ਧਾਰਮਿਕ ਮੇਲਾ, ਉਹਨੂੰ ਅਸੀਂ ਫਿਰ ਦੁਬਾਰਾ ਪ੍ਰੋਤਸਾਹਨ ਕਰਾਂਗੇ। ਔਰ ਉਹਦੇ ਵਿੱਚ ਬਠਿੰਡੇ ਨਾਲ ਇੱਕ ਕਲਚਰਲ ਮੇਲਾ ਬਠਿੰਡੇ ਵੀ ਲਾਇਆ ਜਾਊਗਾ। ਤਰਨਤਾਰਨ ਵਿੱਚ ਵੀ ਇਸ ਤਰ੍ਹਾਂ ਦਾ ਮੇਲਾ ਆਯੋਜਿਤ ਕੀਤਾ ਜਾਊਗਾ। ਔਰ ਜਿਹੜਾ ਹੁਣ ਸ਼ੁਰੂ ਕਰ ਦਿੱਤਾ ਗਿਆ ਵਾ, ਉਹ ਹੈਗਾ ਵਾ ਨਿਹੰਗ ਸਿੰਘਾਂ ਦੀ ਓਲੰਪੀਅਨ, ਜਿਹਦੇ ਵਿੱਚ ਪਤੰਗਬਾਜ਼ੀ ਨਾਲ ਜਿਹੜਾ ਬੰਦਾ ਉੱਚਾ ਚਲਾ ਦੂਗਾ, ਪਤੰਗ ਉਡਾ ਦੂਗਾ ਜਿਹੜਾ ਸਿਖਰਾਂ ਤੱਕ, ਅੰਬਰਾਂ ਤੱਕ, ਉਹਨੂੰ 5 ਲੱਖ ਰੁਪਏ ਦਾ ਇਨਾਮ ਹੀ ਘੋਸ਼ਿਤ ਕਰ ਦਿੱਤਾ। ਉਹਦੇ ਵਿੱਚ ਜਿਹੜੀ ਘੋੜਿਆਂ ਦੀ ਦੌੜ, ਉਹਦੇ ਵਿੱਚ ਟੈਂਟ ਪੈਕਿੰਗ ਜਿਹਨੂੰ ਨੇਜਾਬਾਜ਼ੀ ਜਾਂਦੇ, ਉਹ ਵੀ ਕਰਵਾਈ ਜਾਊਗੀ। ਓਲੰਪੀਅਨ ਉਹਨਾਂ ਨੂੰ ਕਿਹਾ ਇਹਨਾਂ ਨੇ। ਔਰ ਕਿਲ੍ਹਾ ਰਾਏਪੁਰ ਵਿੱਚ ਵੀ ਜਿਹੜੀਆਂ ਖੇਡਾਂ ਹੁੰਦੀਆਂ ਸੀ ਮਿੰਨੀ ਓਲੰਪੀਅਨ, ਉਹਨੂੰ ਦੁਬਾਰਾ ਸਰਜੀਤ ਕਰਨ ਲਈ ਵਧੀਆ ਇਹਨਾਂ ਨੇ ਅਹਿਮ ਫੈਸਲਾ ਲਿਆ। ਇੱਕ ਇਹਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਪਹਿਲਾਂ ਜਲੰਧਰ 'ਚ ਕਰਾਈਆਂ ਸੀ,
ਜਿਹੜਾ ਸਟੇਡੀਅਮ ਜਲੰਧਰ ਵਿੱਚ ਹੈਗਾ, ਉਸ ਸਟੇਡੀਅਮ 'ਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਆ, ਉਹਦੇ ਵਿੱਚ ਇਹਨਾਂ ਨੇ ਬਹੁਤ ਵੱਡੇ ਲਾਰਜ ਸਕੇਲ 'ਚ ਖੇਡਾਂ ਕਰਾਈਆਂ ਸੀਗੀਆਂ। ਅੱਛੀ ਗੱਲ ਆ, ਅਸੀਂ ਖੇਡਾਂ ਦੇ ਬਾਰੇ ਤੀਜੀ ਗੱਲ ਕਰ ਰਹੇ ਹਾਂ, ਜਦੋਂ ਕਿ ਆਪਾਂ ਪਹਿਲਵਾਨਾਂ ਦੀ ਫੈਡਰੇਸ਼ਨ ਬਾਰੇ ਵੀ ਗੱਲ ਕੀਤੀ ਸੀ, ਹਾਕੀ ਦੇ ਜਿਹੜਾ ਕੱਪ ਬਾਰੇ ਵੀ, ਏਸ਼ੀਆ ਕੱਪ ਏਸ਼ੀਅਨ ਕੱਪ ਬਾਰੇ ਵੀ ਕੀਤੀ। ਹੁਣ ਤੀਜੀ ਇਹ ਹੈਗੀ ਕਿ ਪੰਜਾਬ ਵਿੱਚ ਵੀ ਪ੍ਰੋਤਸਾਹਨ ਹੋ ਰਿਹਾ ਉਹਦੇ ਵਿੱਚ ਮੁੰਡਿਆਂ ਨੂੰ ਇਸ ਆਰੇ ਲਾਉਣ ਲਈ। ਨਿਹੰਗ ਸਿੰਘ ਤਾਂ ਪਹਿਲਾਂ ਹੀ ਨਿਜਾਬਾਜੀ ਬੜੀ ਕਰਦੀ ਆ, ਟੈਂਟ ਪੈਕਿੰਗ ਤੇ ਉਹਨਾਂ ਕੋਲ ਸਾਰਾ ਕੁਝ ਹੁੰਦਾ। ਘੋੜਿਆਂ ਦੀ ਦੌੜ ਵਿੱਚ ਵੀ ਉਹ 7-7 ਘੋੜਿਆਂ ਤੇ ਇੱਕ ਨਿਹੰਗ ਬਹਿ ਕੇ ਪੈਰਲ ਚਲਾ ਦਿੰਦਾ, ਔਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਔਰ ਹੋਲੇ ਮਹੱਲੇ ਤੇ ਇਹ ਦ੍ਰਿਸ਼ ਵੇਖਣ ਵਾਲੇ ਹੁੰਦੇ ਆ। ਬਿਲਕੁਲ। ਔਰ ਜੇ ਇਤਿਹਾਸ ਨੂੰ ਕੋਖੋ ਨਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ, ਉਹ ਬੜੇ ਪਿਆਰੇ ਸਪੋਰਟਸਮੈਨ ਨੇ। ਬਿਲਕੁਲ ਆਪ ਉਹ ਚਮਕੌਰ ਦੀ ਬਹੁਤ ਪਿਆਰੇ ਸਪੋਰਟਸਮੈਨ ਨੇ, ਜੰਗ 'ਚ ਉਹਨਾਂ ਨੇ ਘੁੜਦੌੜ ਤੇ ਖਾਸ ਕਰਕੇ। ਸੋ ਇਹ ਚੀਜ਼ਾਂ ਸਾਡੇ ਪੰਜਾਬ ਦੇ ਸ਼ੁਰੂਆਤ ਤੋਂ ਨੇ। ਔਰ ਪੰਜਵੀਂ ਪਾਤਸ਼ਾਹੀ ਨੇ ਤਾਂ ਪਹਿਲਵਾਨਾਂ ਦਾ ਅਖਾੜੇ ਵੀ ਬਣਾਏ ਸੀ। ਹਜੇ ਵੀ ਅੰਮ੍ਰਿਤਸਰ ਦੇ ਵਿੱਚ ਅਖਾੜੇ ਮੌਜੂਦ ਨੇ ਜੋ ਗੁਰੂ ਸਾਹਿਬ ਨੇ ਸਥਾਪਿਤ ਕੀਤੇ ਹੋਏ ਨੇ। ਮਤਲਬ ਸ਼ੁਰੂ ਤੋਂ ਹੀ ਇਹਨਾਂ ਨੇ ਸਾਨੂੰ ਸਿਖਾਇਆ, ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਦਿਮਾਗ ਦੇ ਨਾਲ ਸਰੀਰ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਹਰ ਸਰਬਪੱਖੀ ਵਿਕਾਸ ਹੋਣਾ ਚਾਹੀਦਾ, ਤਾਂ ਹੀ ਇਨਸਾਨ ਖੜਾ ਹੋ ਸਕਦਾ ਹੈ ਔਰ ਤਾਂ ਹੀ ਆਪਣੇ ਨੇਕ ਕੰਮ ਕਰ ਸਕਦਾ। ਐਵੇਂ ਨਹੀਂ ਕਹਿ ਸਕਦਾ ਕਿ ਦੇਸ਼ ਸੇਵਾ ਵਰ ਮੋਹਿ ਇਹ ਸ਼ੁਭ ਕਰਮਣ ਤੇ ਕਬਹੂ ਨਾ ਟਰੋ। ਸ਼ੁਭ ਕਰਮ ਤਾਂ ਹੀ ਹੋ ਸਕਦੇ ਨੇ ਜੇ ਅਸੀਂ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਮਜ਼ਬੂਤ ਹੈਗੇ ਆ। ਵੈਸੇ ਇਹ ਜਿਹੜਾ ਕੀਤਾ ਨਾ ਇਹਨਾਂ ਨੇ ਅਖਾੜਾ, ਜਿਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸਿਹਤਕ ਤੌਰ ਤੇ ਪ੍ਰਫੁੱਲਤ ਕਰਨ ਲਈ ਦੂਸਰੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਇਹ ਸ਼ੁਰੂ ਕੀਤਾ ਸੀਗਾ। ਮੱਲ ਅਖਾੜਾ ਗੁਰਦੁਆਰਾ ਸਾਹਿਬ ਅਜੇ ਵੀ ਉੱਥੇ ਸੁਸ਼ੋਭਿਤ ਆ, ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਜਿਹੜੇ ਮੱਲ ਹੁੰਦੇ ਪਹਿਲਵਾਨ, ਅਖਾੜਾ ਜਿਹਦੇ 'ਚ ਘੁਲਦੇ ਆ, ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਪਹਿਲੀ ਪਾਤਸ਼ਾਹੀ ਨੇ ਤੇ ਰਿਸ਼ਟ-ਪੁਸ਼ਟ ਰੱਖਣ ਲਈ ਬੜੇ ਪੈਗਾਮ ਦਿੱਤੇ, ਬੜੇ ਸੁਨੇਹੇ ਦਿੱਤੇ, ਔਰ ਗੁਰੂ ਕਾ ਲੰਗਰ ਜਿਹੜਾ ਉਹਨਾਂ ਲਈ ਮੁਹੱਈਆ ਕਰਵਾਇਆ। ਸੱਚੇ ਸੌਦੇ ਤੋਂ 20 ਰੁਪਏ ਦੇ ਸੌਦੇ ਤੋਂ ਬਾਅਦ ਜਦੋਂ ਉਹਨਾਂ ਭੁੱਖੇ ਸਾਧੂਆਂ ਨੂੰ ਕਰਾਇਆ, ਔਰ ਉਹਨੂੰ ਮੇਨਟੇਨ ਕਰ ਲਈ, ਉਹਨੂੰ ਫਿਰ ਉਸੇ ਤਰ੍ਹਾਂ ਬਰਕਰਾਰ ਰੱਖਣ ਲਈ ਦੂਸਰੇ ਪਾਤਸ਼ਾਹ ਜਿਹੜੇ ਗੁਰੂ ਅੰਗਦ ਦੇਵ ਜੀ ਨੇ ਉਹਨੂੰ ਇਸ ਤਰ੍ਹਾਂ ਚਲਾਇਆ। ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਉੱਥੇ ਪ੍ਰਚਲਿਤ ਰੱਖਿਆ, ਜਿਹਦੇ 'ਚ ਆ ਕੇ ਅਕਬਰ ਨੇ ਪ੍ਰਸ਼ਾਦਾ ਛਕਿਆ ਸੀ। ਇਹ ਬੜੀ ਵੱਡੀ ਪਰੰਪਰਾ, ਬੜੀ ਦੂਰ ਤੱਕ ਦੀ ਗੱਲ ਹੈਗੀ ਆ। ਜੀ। ਔਰ ਇਸੇ ਤਰ੍ਹਾਂ ਹੀ ਸਪੋਰਟਸ ਦੀਆਂ ਸਾਰੀਆਂ ਗੱਲਾਂ ਹੁੰਦੀਆਂ ਰਹਿਣ। ਔਰ ਚੌਥੀ ਗੱਲ ਤੁਸੀਂ ਭੁੱਲ ਗਏ ਹੋ, ਮੈਨੂੰ ਸਾਈਕਲ ਲੈ ਕੇ ਦੇਣਾ। ਉਹ ਤਾਂ ਨਹੀਂ ਭੁੱਲਦੇ, ਉਹ ਤਾਂ ਕਿਉਂਕਿ ਤੁਹਾਡੇ ਨਾਲ ਸੋਚ ਹੈ, ਤੁਸੀਂ ਲੈਣਾ, ਤੁਸੀਂ ਜਲੇਬੀ ਖਾਣੀ ਹੈ ਸਾਈਕਲ ਤੇ ਚੜ੍ਹ ਕੇ, ਔਰ ਪਕੌੜੇ ਵੀ ਗਰਮ ਗਰਮ ਖਾਣੇ। ਠੀਕ ਹੈ, ਮੇਲਾ ਵੇਖਣ ਜਾਣਾ ਸਾਈਕਲ। ਓਕੇ, ਚੱਲਾਂਗੇ ਆਪਾਂ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਅਗਲੀ ਗੱਲ ਇਹ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਸਾਡੀ ਸ਼੍ਰੋਮਣੀ ਕਮੇਟੀ SGPC ਜੀ, ਉਹ ਹੁਣ ਕੁਝ ਉਪਰਾਲੇ ਕਰ ਰਹੀ ਹੈ। ਜਿੱਦਾਂ ਪਿੰਡ ਜਾ ਕੇ ਉਹਨਾਂ ਨੇ ਕਿਹਾ ਕਿ ਧਾਰਮਿਕ ਸਮਾਗਮ ਹੋਇਆ ਕਰਨਗੇ, ਸਿੱਖਿਆਵਾਂ ਦਿੱਤੀਆਂ ਜਾਣਗੀਆਂ। ਠੀਕ ਉਸੇ ਤਰ੍ਹਾਂ ਤੇ ਅੰਡੇਮਾਨ ਨਿਕੋਬਾਰ ਸੈਲੂਲਰ ਜੇਲ੍ਹ, ਜਿਹੜੀ ਕਾਲੇ ਪਾਣੀ ਦੀ ਸਜ਼ਾ ਵਾਸਤੇ ਮਸ਼ਹੂਰ ਸੀ ਅੰਗਰੇਜ਼ਾਂ ਵੇਲੇ, ਜਦੋਂ ਅੰਗਰੇਜ਼ ਸਾਡੇ ਤੇ ਰਾਜ ਕਰਦੇ ਸੀ, ਉੱਥੇ ਵੀ ਮੁਆਇਨਾ ਕਰਨ ਜਾਣਾ ਹੈ ਸ਼੍ਰੋਮਣੀ ਕਮੇਟੀ ਨੇ। ਤੇ ਉੱਥੇ ਜਾ ਕੇ ਦੇਖੋ ਕਿ ਨਵੀਂ ਤਜਵੀਜ਼ ਸਾਹਮਣੇ ਆਉਂਦੀ ਹੈ। ਫਿਲਹਾਲ ਤਾਂ ਇਹ ਹੈ ਕਿ ਦੌਰਾ ਕਰਨ ਦਾ ਪ੍ਰੋਗਰਾਮ ਬਣ ਰਿਹਾ। ਇਹ ਬੜਾ ਵੱਡਾ ਇਹਨਾਂ ਦਾ ਫੈਸਲਾ, ਉਪਰਾਲਾ, ਔਰ ਜਿਹਦੇ 'ਚ ਉਸ ਟਾਈਮ ਤੇ ਇਹ ਜੇਲ੍ਹ ਸੀ ਜਿਹਨੂੰ ਕਾਲਾ ਪਾਣੀ ਤੁਸੀਂ ਕਿਹਾ, ਨਿਕੋਬਾਰ ਅੰਡੇਮਾਨ ਟਾਪੂ ਹੈ, ਔਰ ਬੜਾ ਇਹ ਇੱਕ ਇਕਾਂਤ ਜਗ੍ਹਾ 'ਤੇ ਵੱਖਰਾ ਹੀ ਹੈਗਾ। ਔਰ ਉਹਦੀਆਂ ਜੇਲ੍ਹਾਂ ਜਿਹੜੀਆਂ ਹੈਗੀਆਂ ਤੁਹਾਨੂੰ ਦੇਖਣ ਵਾਲੀਆਂ, ਜਿਹੜੀਆਂ ਜੇਲ੍ਹਾਂ ਦੇਖੋਗੇ ਨਾ, ਉਹਦੇ ਵਿੱਚ ਇੱਕ ਬੰਦਾ ਖਲੋਣ ਜੋਗੀ ਜਗ੍ਹਾ ਹੈਗੀ ਉਹਦੇ 'ਚ, ਜਿਹਨੂੰ ਜੇਲ੍ਹ 'ਚ ਪਾਉਂਦੇ ਆ। ਔਰ ਉਹਦੇ ਬਾਅਦ ਉਹਦਾ ਕੁੰਡਾ ਜਿਹੜਾ ਤਾਂ ਲੌਕ ਉਹਦਾ ਬਾਹਰੋਂ ਲੌਕ ਲੱਗਦਾ, ਖੋਲ੍ਹਣ ਲਈ ਕੋਈ ਨਹੀਂ, ਅੰਗਰੇਜ਼ ਲਾ ਜਾਂਦੇ ਆ, ਵਿੱਚ ਵਿਚਾਰੇ ਖਾਂਦੇ ਆ, ਪਾਣੀ ਨਹੀਂ, ਕਿਤੇ ਨਹੀਂ, ਕੁਛ ਨਹੀਂ ਗਾ, ਪਤਾ ਨਹੀਂ ਕਿਸ ਤਰ੍ਹਾਂ ਮਰਦੇ ਰਹੇ ਉੱਥੇ। ਔਰ ਉਹ 'ਚ ਖਾਸ ਤੌਰ 'ਤੇ ਪੰਜਾਬੀ ਰਹੇ। ਔਰ ਇਹ SGPC ਨੇ ਹੁਣ ਉਹਦੀ ਲਿਸਟ ਤਿਆਰ ਕਰ ਲਈ ਹੈ ਕਿ ਕਿਹੜੇ ਉੱਥੇ ਰਹੇ ਆ, ਕਿੱਥੋਂ ਗਏ ਆ। 1857 ਤੋਂ ਲੈ ਕੇ, ਗਦਰ ਤੋਂ ਲੈ ਕੇ ਬਾਅਦ 47 ਤੱਕ ਜਿੰਨੇ ਵੀ ਉੱਥੇ ਰਹੇ ਆ। ਔਰ ਉਹਦੇ 'ਚ ਬਾਬਾ ਰਾਮ ਸਿੰਘ ਜੀ ਜਿਹੜੇ ਇੱਥੇ ਭੈਣੀ ਸਾਹਿਬ ਤੋਂ, ਉਹਨਾਂ ਨੂੰ ਵੀ ਉੱਥੇ ਲੈ ਕੇ ਗਏ ਸੀ, ਔਰ ਉਹ ਵੀ ਵੱਡਾ ਇਤਿਹਾਸ ਰਚਿਆ ਸੀ ਉਹਨਾਂ ਨੇ। ਬਾਬਾ ਸੋਹਣ ਸਿੰਘ ਪਖਣਾ ਸਾਹਿਬ ਵੀ ਉੱਥੇ ਰਹੇ ਆ, ਔਰ ਗਦਰ ਪਾਰਟੀ ਦੇ ਵੀ ਸਾਰੇ ਜ਼ਿਆਦਾ ਤਕਰੀਬਨ ਉਹੀ ਰਹੇ ਨੇ। ਪੰਜਾਬ ਤੋਂ ਬੜੀ ਵੱਡੀ ਲਿਸਟ ਆ ਜਿਹੜੀ ਇਸ ਵੇਲੇ ਤਿਆਰ ਹੋਈ ਆ, ਉਹਨਾਂ ਨੇ ਬਣਾ ਲਈ ਆ, ਔਰ ਉੱਥੇ ਜਾ ਕੇ ਵੇਖਣਗੇ। ਔਰ ਬਕਾਇਦਾ ਤੌਰ 'ਤੇ ਉੱਤੇ ਇੱਕ ਫਿਲਮ ਵੀ ਬਣਾ ਚੁੱਕੇ ਆ, ਡਾਕੂਮੈਂਟਰੀ ਬਣ ਗਈ ਹੈ ਕਿ ਕਿੱਥੇ ਘੁੰਮਦੇ ਰਹੇ ਯਾਰ। ਇਸ ਵੇਲੇ ਤਾਂ ਬਾਅਦ ਜਿਹੜੇ ਵੀ ਉਸ ਮਾਲਾਬਾਰ ਤੱਟ ਦੇ ਵਿੱਚ ਜਿਹੜਾ ਨਿਕੋਬਾਰ ਅੰਡੇਮਾਨ ਦੀ ਜਗ੍ਹਾ ਹੈਗੀ, ਉੱਥੇ ਜਿਹੜੀ ਖੇਤੀਬਾੜੀ ਹੋ ਰਹੀ ਹੈ ਪੰਜਾਬੀ ਕਰ ਰਹੇ, ਵੱਡੇ ਫਾਰਮ ਹਾਊਸ, ਔਰ ਉੱਥੇ ਬਾਂਸ ਵੀ ਬੜਾ ਹੁੰਦਾ, ਉੱਥੇ ਲੀਚੀ ਬਹੁਤ ਹੁੰਦੀ ਆ, ਉੱਥੇ ਬਾਕੀ ਜਿਹੜੀਆਂ ਫਲਦਾਰ ਚੀਜ਼ਾਂ ਉਹ ਵੀ ਹੁੰਦੀਆਂ। ਉਹ ਸਾਰੇ ਕਿਸਾਨ ਪੰਜਾਬ ਤੋਂ ਗਏ ਆ, ਔਰ ਉਹ ਜ਼ਮੀਨ ਐਸੀ ਜ਼ਰਖੇਜ਼ ਇੰਨਾ ਕੁਛ ਹੁੰਦਾ, ਔਰ ਉਹਨੂੰ ਵੇਖਣ ਲਈ ਵੀ ਸ਼੍ਰੋਮਣੀ ਕਮੇਟੀ ਜਾ ਰਹੀ ਆ, ਔਰ ਉਹਨਾਂ ਨੂੰ ਸਹੂਲਤਾਂ ਦੇਣ ਲਈ ਵੀ ਜਾ ਰਹੀ ਆ, ਔਰ ਬਹੁਤ ਵੱਡਾ ਉਪਰਾਲਾ ਹੈਗਾ। ਔਰ ਉਹਦੇ ਵਿੱਚ ਬਹੁਤ ਲੋਕ ਜਿਹੜੇ ਸਟੂਡੈਂਟ ਜਾਂਦੇ ਘੁੰਮਣ ਲਈ,
ਉਹਦੇ ਵਿੱਚ ਜਿੰਨਾ ਵੀ ਜਦੋਂ ਬਾਕੀ ਜਿਹੜੇ ਸੈਂਟਰ ਗਵਰਨਮੈਂਟ ਦੇ EMPLOYE ਆ, ਜਦੋਂ ਉਹਨਾਂ ਨੂੰ ਟੂਰ ਦਾ ਹੁੰਦਾ ਇੱਕ ਸਾਲ 'ਚ ਇੱਕ ਮਿਲਦਾ ਉਹਨਾਂ ਨੂੰ ਫ੍ਰੀ ਆਫ ਕਾਸਟ, ਸਾਰੇ ਉੱਥੇ ਜਾਂਦੇ ਆ। ਵਿਜ਼ਟਰ ਯਾਤਰੀ ਜਿਹੜੇ ਉੱਥੇ ਜਾਂਦੇ ਆ, ਉਹ ਜਿਹੜਾ ਸੂਬਾ ਹੈਗਾ ਯਾਤਰੂਆਂ ਦੇ ਸਿਰ 'ਤੇ ਬਚਿਆ। ਉੱਥੇ ਦੁਕਾਨਾਂ ਵੀ ਆ, ਕੱਪੜੇ ਵੀ ਆ, ਬੜਾ ਕੁਛ ਹੈਗਾ। ਜਿਸ ਤਰ੍ਹਾਂ JNK 'ਚ ਕਸ਼ਮੀਰ 'ਚ ਜਾ ਕੇ ਪਹਿਲਗਾਮ 'ਚ ਜਾਂਦੇ ਲੋਕ ਵੇਖਣ ਜਾਂਦੇ ਆ, ਤਾਂ ਪੈਸਾ ਉੱਥੇ ਜਾਂਦੇ। ਹਿਮਾਚਲ 'ਚ ਵੀ ਯਾਤਰੂਆਂ ਨਾਲ ਹੀ ਹੈਗਾ, ਧਰਤੀ 'ਤੇ ਜਦੋਂ ਹੁੰਦਾ ਕੁਛ ਨਹੀਂ ਉੱਥੇ। ਇਸ ਕਰਕੇ ਇਹਨਾਂ ਨੇ ਉਹ ਵੇਖਿਆ ਕਿ ਸਰਵੇਖਣ ਕਰੀਏ ਜਾ ਕੇ। ਉਹ ਤਾਂ ਬਿਲਕੁਲ ਧਰਤੀ ਨੂੰ ਲੋਕਾਂ ਨੇ ਛੱਡਿਆ ਪਿਆ ਹੈਗਾ, ਕੈਦੀ ਹੁੰਦੇ ਸੀ ਉੱਥੇ, ਹੋਰ ਤਾਂ ਕੋਈ ਹੁੰਦਾ ਨਹੀਂ। ਫਿਰ ਇਹਨਾਂ ਨੇ ਲਿਸਟ ਬਣਾ ਕੇ ਉਹਨਾਂ ਨੇ ਡਿਵੈਲਪ ਕਰਨਾ ਹੁੰਦਾ ਸੀ। ਉੱਥੇ ਜਾ ਕੇ ਉਹ ਲੋਕਾਂ ਦੀ ਜਿਹੜੀ ਕ੍ਰੀਏਟੀਵਿਟੀ ਹੈ ਨਾ, ਕੈਦੀਆਂ ਦੀ, ਉਹਨੂੰ ਇਸਤੇਮਾਲ ਕਰਦੇ ਨੇ ਕਿ ਕਿੱਦਾਂ ਉਹ ਆਪਣੇ ਜੋ ਸਕਾਰਾਤਮਕ ਸੋਚ ਹੈ ਜਾਂ ਜੋ ਉਹਨਾਂ ਦੇ ਅੰਦਰ ਉਹ ਹੁਨਰ ਹੈ ਨਾ ਕੁਦਰਤ ਦੇ ਨਾਲ ਜੁੜਨ ਦਾ, ਉਹਨਾਂ ਨੂੰ ਕਿੱਦਾਂ ਜੋੜਿਆ ਜਾਵੇ। ਔਰ ਵਾਕਈ ਵੀ ਇਨਸਾਨ ਦੇ ਅੰਦਰ ਖੁਦ ਇਹ ਚੀਜ਼ ਮੌਜੂਦ ਹੈ ਕਿ ਉਹਨੂੰ ਭਾਵੇਂ ਜੇਲ੍ਹ 'ਚ ਡੱਕ ਦਿਓ, ਉਹ ਕੋਈ ਨਾ ਕੋਈ ਆਪਣੇ ਮਨ ਦੇ ਨਾਲ ਕੁਝ ਨਾ ਕੁਝ ਅਜਿਹਾ ਕ੍ਰੀਏਟ ਕਰਨ ਲੱਗ ਪੈਂਦਾ ਹੈ, ਸਰਜਣ ਕਰਨ ਲੱਗ ਪੈਂਦਾ ਹੈ ਕਿ ਉਹ ਨਾਲੇ ਤਾਂ ਬਿਜ਼ੀ ਵੀ ਰਹਿੰਦਾ, ਨਾਲੇ ਲੋਕਾਂ ਵਾਸਤੇ ਵੀ ਇੱਕ ਬਹੁਤ ਵਧੀਆ ਮਿਸਾਲ ਕਾਇਮ ਕਰਦਾ। ਸੋ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਕੈਦੀ ਉੱਥੇ ਰਹੇ, ਆਪਣਾ ਮਨ ਪਰਚਾਵਾ ਜਿੱਦਾਂ ਵੀ ਕਰਦੇ ਰਹੇ, ਜੋ ਕੁਝ ਵੀ ਸਹਿੰਦੇ ਰਹੇ ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ, ਤੇ ਅੱਜ ਅਸੀਂ ਆਜ਼ਾਦੀ ਦਾ ਕੀ ਮੁੱਲ ਪਾਇਆ, ਉਹਨਾਂ ਦੀ ਕੁਰਬਾਨੀ ਦਾ ਕੀ ਮੁੱਲ ਪਾਇਆ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਜੀ ਜੀ। ਸੋ ਇਸੇ ਤਹਿਤ ਮੈਂ ਅੱਗੇ ਤੁਰਦਾ। ਆਪਣਾ ਆਖਰੀ ਮਸਲਾ ਹੈ ਅੱਜ ਦੇ ਪ੍ਰੋਗਰਾਮ ਦਾ, ਜੀ ਜੀ, ਜਿਹੜਾ ਆਰਡੀਨੈਂਸ ਆ ਰਿਹਾ, ਹਾਂ, ਪਾਸ ਹੋਣ ਜਾ ਰਿਹਾ ਦਿੱਲੀ ਸਰਕਾਰ ਨੂੰ ਖਾਸ ਤੌਰ ਤੇ ਸਾਹਮਣੇ ਰੱਖ ਕੇ। ਕੇਜਰੀਵਾਲ ਸਾਹਿਬ ਇਹਦੇ ਵਾਸਤੇ ਮਤਲਬ ਤਿਆਰ ਨੇ, ਔਰ ਬਾਕੀ ਸੂਬਿਆਂ ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਵੀ ਤਿਆਰ ਰਹੋ। ਜੇ ਇਹ ਆਰਡੀਨੈਂਸ, ਜੇ ਬਿੱਲ ਪਾਸ ਹੋ ਗਿਆ ਤਾਂ ਸਾਰੀ ਸੱਤਾ ਕੇਂਦਰ ਕੋਲ ਚਲੀ ਜਾਣੀ ਹੈ, ਤੇ ਜਿਹੜੇ ਚੀਫ ਮਿਨਿਸਟਰ ਬਣੇ ਹੋਏ ਨੇ ਉਹਨਾਂ ਦਾ ਜਿਹੜਾ ਰੁਤਬਾ ਰਹੇਗਾ ਸਿਰਫ ਹੈੱਡ ਕਲਰਕ ਰਹਿ ਜਾਣਗੇ। ਉਹ ਕਿ ਜਿਹੜੇ ਉੱਤੋਂ ਆਰਡਰਸ ਆਣਗੇ ਉਹ ਆਰਡਰਸ ਦੇ ਮੁਤਾਬਿਕ ਕੰਮ ਕਰਨਾ ਹੈ, ਆਪਣੇ ਵੱਲੋਂ ਕੋਈ ਵੀ ਫੈਸਲਾ ਨਹੀਂ ਕਰ ਸਕਣਗੇ। ਇਹ ਕੇਜਰੀਵਾਲ ਸਾਹਿਬ ਦਾ ਜੋ ਸਾਰਾ ਮਨਸੂਬਾ ਉਹ ਇੱਧਰ ਇਸ਼ਾਰਾ ਕਰਦਾ ਹੈ। ਹੁਣੇ ਉਹਨਾਂ ਨੇ ਸਾਰੀ ਆਪੋਜੀਸ਼ਨ ਬੁਲਾ ਕੇ, ਜਿਸ 'ਚ ਭਗਵੰਤ ਮਾਨ ਜੀ ਵੀ ਗਏ ਔਰ ਬਾਕੀ ਮੁੱਖ ਮੰਤਰੀ ਪਹੁੰਚੇ ਉੱਥੇ। ਆਪ ਜਿਹੜੀ ਸਰਕਾਰਾਂ ਜਿੱਥੇ ਉਹਨਾਂ ਨੇ ਇਕੱਠੇ ਹੋ ਕੇ ਉੱਥੇ ਰਾਮਲੀਲਾ ਗਰਾਊਂਡ 'ਚ ਦਿੱਲੀ ਇਹ ਸਮਾਗਮ ਕੀਤਾ। ਔਰ ਉਹਨਾਂ ਨੇ ਕੇਜਰੀਵਾਲ ਨੇ ਸੰਬੋਧਨ 'ਚ ਕਿਹਾ ਕਿ ਦੇਖੋ ਇਹ ਆਟੇ ਨੂੰ ਪਲੇਥਣ ਲੱਗਦਾ ਹੁੰਦਾ। ਆਟੇ ਨੂੰ ਪਲੇਥਣ ਮਤਲਬ ਹੁੰਦਾ ਕਿ ਤੁਸੀਂ ਵੀ ਬਲੇਟੇ ਜਾਓਗੇ ਇਹਦੇ 'ਚ, ਇਕੱਲਾ ਦਿੱਲੀ ਲਈ ਨਹੀਂ ਆਰਡੀਨੈਂਸ ਹੈਗਾ। ਤੁਸੀਂ ਵੀ ਜਿਸ ਤਰ੍ਹਾਂ ਕਿਹਾ ਕਿ ਹੁਣੇ ਕਿ ਜਿੱਦਾਂ ਕਲਰਕ ਬਣਨ ਦੀ ਗੱਲ ਹੀ ਹੋ ਜੂਗੀ, ਤੁਸੀਂ ਸਿਰਫ ਨੋਟ ਹੀ ਕਰਿਆ ਕਰੋ ਕਿ ਕਿਹੜੀਆਂ ਸਹੂਲਤਾਂ ਦਿੱਤੀਆਂ ਨੇ ਸੈਂਟਰ ਨੇ ਤੇ ਕਿਹੜੀਆਂ ਅਪਲਾਈ ਕਰ ਦਿੱਤੀਆਂ ਤੇ ਕੀ ਕਰਨਾ। ਉਹਦੇ ਤੇ ਤੁਹਾਡੇ ਕੋਲ ਸਿਰਫ ਲਿਖਣ ਦੀ ਤੇ ਹਾਜ਼ਰੀ ਰਹਿ ਜੂਗੀ ਰਜਿਸਟਰ ਤੇ ਬਾਕੀ ਇੰਪਲੀਮੈਂਟ ਕਰਨਾ ਕੇਂਦਰ ਕੋਲ ਚੱਲ ਜੂਗਾ। ਔਰ ਉਹਨਾਂ ਨੇ ਇਹ ਕਹਿਤਾ ਕਿ ਜੇ ਅਸੀਂ ਸਾਰੇ ਤੌਰ ਤੇ ਸੰਗਠਿਤ ਹੋ ਕੇ ਗੱਲ ਕਰਾਂਗੇ, ਇਲੈਕਸ਼ਨ ਵੀ ਆਉਣ ਵਾਲੀ ਆ, ਔਰ ਇਲੈਕਸ਼ਨ ਤੋਂ ਪਹਿਲਾਂ ਜੇ ਅਸੀਂ ਡਿਕਲੇਅਰ ਕਰ ਦਈਏ ਕਿ ਅਸੀਂ ਯੂਨਾਈਟ ਆਏ ਤੇ ਅਸੀਂ ਇਤਰਾਜ਼ ਪ੍ਰਗਟਾਵਾਂਗੇ ਔਰ ਅਸੀਂ ਇਸ ਕਾਨੂੰਨ ਨੂੰ ਨਹੀਂ ਮੰਨਾਂਗੇ, ਜਿਹੜੀ ਵੀ ਡਿਕਲੇਰੇਸ਼ਨ ਆਊਗੀ, ਜੋ ਵੀ ਆਏਗਾ, ਅਸੀਂ ਉਹਨੂੰ ਉਹਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ। ਔਰ ਉਹਦੇ ਤੇ ਬਾਕੀ ਵੀ ਮੰਤਰੀ ਬੋਲਿਆ, ਭਗਵੰਤ ਮਾਨ ਨੇ ਵੀ ਬੋਲਿਆ ਇਸੇ ਤੇ ਕਿ ਉਹਨਾਂ ਨੇ, ਭਗਵੰਤ ਮਾਨ ਨੇ ਤੇ ਕਿਹਾ ਕਿ ਜੇ ਅਜੇ ਬਾਕੀ ਤਾਂ ਆਰਡੀਨੈਂਸ ਅਜੇ ਆਇਆ ਨਹੀਂਗਾ, ਸਾਡੇ ਤੇ ਤਾਂ ਲਾਗੂ ਹੋ ਵੀ ਗਿਆ ਕਿ ਉਸੇ ਤਰ੍ਹਾਂ ਸਾਨੂੰ ਤਾਂ ਮਿਲਦਾ ਹੀ ਕੱਖ ਨਹੀਂ। ਉਹਨਾਂ ਕਿਹਾ ਆਂਦਾ ਸਾਡੇ 'ਚ ਤਾਂ ਬਸ ਉਹ ਜਿਹੜਾ ਨਾ ਆਟੇ 'ਚ ਆਟਾ ਜ਼ਿਆਦਾ ਤੇ ਲੂਣ ਹੀ ਆ, ਬਾਕੀ ਕੁਛ ਨਹੀਂ ਗਾ। ਅਸੀਂ ਇਹ ਵੇਖ ਰਹੇ ਹਾਂ ਵੀ ਸਾਨੂੰ ਸਹੂਲਤਾਂ ਕਦੋਂ ਮਿਲਣਗੀਆਂ, ਉਹ ਕਿਹੜਾ ਸ਼ੁਭ ਦਿਨ ਆਊਗਾ। ਔਰ ਉਹਦੇ ਚਾਹੁੰਦੇ ਮੈਂ ਗ੍ਰਹਿ ਮੰਤਰੀ ਸਾਹਿਬ ਨੂੰ ਮਿਲ ਚੁੱਕਿਆ। ਹਰ ਇੱਕ ਮੰਤਰੀ ਨੇ, ਹਰ ਇੱਕ ਮੁੱਖ ਮੰਤਰੀ ਨੇ ਆਪਣਾ ਰੋਣਾ ਰੋਇਆ, ਕਿਉਂਕਿ ਫਾਈਨੈਂਸ਼ੀਅਲ ਪਾਵਰ ਜਿਹਦੇ ਕੋਲ ਨਹੀਂ ਹੈਗੀ ਉਹਦੇ ਕੋਲ ਬਾਕੀ ਪੋਸਟਾਂ ਦਾ ਜਿਹੜੇ ਉਹਦੇ 'ਚ ਸਹੂਲਤਾਂ ਕਰਨੀਆਂ ਉਹ ਫਿਰ ਸਿਰਫ ਮਨ ਦੇ ਕੜਾਹ ਹੀ ਹੁੰਦੇ, ਕੰਮ ਨਹੀਂ ਹੁੰਦਾ ਕੋਈ ਵੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉੱਥੇ ਡਿਸਕਸ ਹੋਈਆਂ। ਹੁਣ ਦੇਖੋ ਹੁਣ ਕੇਂਦਰ ਉਹਦੇ 'ਤੇ ਕੀ ਅਮਲ ਕਰਦਾ ਔਰ ਕੀ ਕੁਛ ਉਹਦੇ 'ਤੇ ਜਿਹੜਾ ਰੋਕ ਲਾ ਕੇ ਉਹਨੂੰ ਕਿਸ ਤਰ੍ਹਾਂ ਦਾ ਕੈਂਸਲੇਸ਼ਨ ਕਰਦੇ ਜਾਂ ਉਹਨੂੰ ਪ੍ਰਸਤਾਵ ਨੂੰ ਪ੍ਰਪੋਜ਼ਲ ਨੂੰ ਅੱਗੇ ਕਰਦੇ ਕਿ ਨਹੀਂ ਕਰਦੇ। ਕਿਉਂਕਿ ਜਿਹੜੀ ਖੂਬਸੂਰਤੀ ਸਾਡੀ ਲੋਕਤੰਤਰ ਦੀ ਹੈ ਉਹ ਖਤਮ ਹੋ ਜਾਣੀ ਹੈ। ਜੀ ਜੀ ਜੀ। ਕਿਉਂਕਿ ਫੈਡਰਲ ਸਿਸਟਮ ਸਾਡਾ ਇਹ ਕਹਿੰਦਾ ਕਿ ਸੂਬੇ ਅਲੱਗ ਫੰਕਸ਼ਨ ਕਰਨਗੇ, ਸੈਂਟਰ ਅਲੱਗ ਫੰਕਸ਼ਨ ਕਰੇਗਾ, ਦੋਵਾਂ ਦੀ ਕੋਆਰਡੀਨੇਸ਼ਨ ਹੋਏਗੀ ਜਿਹਦੇ ਨਾਲ ਸਾਰੇ ਸੂਬਿਆਂ ਦੀ, ਸਾਰੇ ਨਾਗਰਿਕਾਂ ਦੀ ਬਿਹਤਰੀ ਵਾਸਤੇ ਕੰਮ ਕੀਤਾ ਜਾਣਾ ਚਾਹੀਦਾ। ਪਹਿਲਾਂ ਵੀ ਰਿਆਸਤਾਂ ਸੀਗਾ, ਹਿੰਦੁਸਤਾਨ ਰਿਆਸਤਾਂ 'ਚ ਵੰਡਿਆ ਹੁੰਦਾ ਸੀ, ਹਰ ਰਿਆਸਤ ਦਾ ਇੱਕ ਚੌਧਰੀ ਹੁੰਦਾ ਸੀਗਾ। ਇਹ ਅੰਗਰੇਜ਼ਾਂ ਨੇ ਆ ਕੇ ਯੂਨਾਈਟ ਕਰਕੇ ਆਪਣਾ ਰਾਜ ਕੀਤਾ। ਫਿਰ ਇਹਨਾਂ ਨੇ ਜਦੋਂ ਆਜ਼ਾਦੀ ਲਈ ਫਿਰ ਲੋਕਤੰਤਰ ਦਾ ਬਹਾਲੀ ਕੀਤੀ ਆ। ਨਹੀਂ ਤੇ ਰਾਜਪੂਤ ਇੱਕ ਪਾਸੇ, ਮਰਾਠੇ ਇੱਕ ਪਾਸੇ, ਸਿੱਖ ਇੱਕ ਪਾਸੇ, ਖਾਲਸਾ ਫੌਜ ਇੱਥੇ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉੱਧਰੋਂ ਕਾਬਲ ਤੱਕ, ਇੱਧਰੋਂ ਸਤਲੁਜ ਤੱਕ, ਔਰ 70-80 ਸਾਲ ਤਾਂ ਅੰਗਰੇਜ਼ ਵੜ ਨਹੀਂ ਦਿੱਤੇ। ਇਹ ਜ਼ਮਾਨਾ ਉਦੋਂ ਦਾ ਰਿਹਾ। ਔਰ ਪੰਜਾਬ ਦਾ ਨਕਸ਼ਾ ਜੇ ਵੇਖੋ ਉਸ ਜ਼ਮਾਨੇ ਦਾ ਨਕਸ਼ਾ, ਰਾਜ ਆਪਣੇ ਆਪਣੇ ਹੁੰਦੇ ਸੀਗੇ। ਤੇ ਹੁਣ ਜਿਹੜਾ ਉਹ ਸੀਗਾ ਕਿ ਇਹਨਾਂ ਨੇ ਦੁਬਾਰਾ ਲੋਕਤੰਤਰ ਆਉਣ ਨਾਲ ਸਾਰਾ ਕੁਝ ਹੋ ਗਿਆ। ਰਿਆਸਤਾਂ 'ਚ ਪਹਿਲਾਂ ਵੰਡਿਆ ਸੀ, ਇਹਨੂੰ ਯੂਨਾਈਟ ਹੋਣਾ ਤਾਂ ਦੀ ਕੇਂਦਰ ਤੋਂ ਬਚ ਸਕਦੇ ਨੇ, ਤੇ ਸੂਬਿਆਂ ਦੀ ਵੰਡ ਫਿਰ ਉਸੇ ਤਰ੍ਹਾਂ ਦੀ ਹੋ ਗਈ। ਮੇਰਾ ਖਿਆਲ ਸਮਾਂ ਵੀ ਹੋ ਗਿਆ, ਸਮਾਂ ਹੋ ਗਿਆ। ਬਸ ਇਹਦੇ ਵਾਸਤੇ ਹੁਣ ਇਹ ਹੈ ਕਿ ਇੱਕ ਫਰੰਟ ਜ਼ਰੂਰ ਚਾਹੀਦਾ ਹੈ ਤਿਆਰ ਕਰਨਾ। ਨਹੀਂ ਤੇ ਜੇ ਇਦਾਂ ਦਾ ਬਿੱਲ ਪਾਸ ਹੁੰਦਾ ਹੈ ਜਿੱਦਾਂ ਦੱਸਿਆ ਜਾ ਰਿਹਾ ਹੈ, ਫਿਰ ਤੇ ਵਾਕਈ ਲੋਕਤੰਤਰ ਨਹੀਂ ਰਹਿ ਜਾਣਾ। ਵੱਖਰੀ ਵੱਖਰੀ ਖਿਚੜੀ ਪੱਕੂਗੀ ਫਿਰ ਕੇ। ਸੰਨ 2024 ਦੀਆਂ ਇਲੈਕਸ਼ਨਸ ਵੀ ਪੈਂਡਿੰਗ ਨੇ,
ਆਹ ਦੇਖੋ ਉਹ ਕੀ ਕਹਿੰਦੇ ਨੇ, ਔਰ ਕਈ ਵਾਰ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਹੋ ਸਕਦਾ ਹੈ ਕਿ ਇਲੈਕਸ਼ਨ ਸਮੇਂ ਤੋਂ ਪਹਿਲਾਂ ਕਰਵਾ ਲਈਆਂ ਜਾਣ, ਇਹ ਵੀ ਕਿਹਾ ਜਾਂਦਾ ਹੈ। ਸਹੀ ਗੱਲ। ਕਿਉਂਕਿ ਕੁਝ ਹਜੇ ਪਤਾ ਨਹੀਂ ਲੱਗ ਰਿਹਾ। ਇਹ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਇਹ ਕਾਫੀ ਸਾਨੂੰ ਸੋਚਣ ਵਾਸਤੇ ਮਜਬੂਰ ਕਰਦੀ ਹੈ। ਜ਼ਰੂਰ। ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚੱਲੀਏ। ਜ਼ਰੂਰ। ਹਾਂਜੀ, ਸਤਿ ਸ੍ਰੀ ਅਕਾਲ।